ਹੁਣ ਇੱਥੇ ਇਹ ਸਵਾਲ ਇੱਕ ਹੋਰ ਉੱਠਦਾ ਹੈ ਵੀ ਸੁਪਰੀਮ ਕੋਰਟ ਨੂੰ ਆਖਰ ਕਮੇਟੀ ਬਣਾਉਣੀ ਕਿਉਂ ਪਈ? ਜਦ ਇਹਦੇ ਬਾਰੇ ਕੋਈ ਮੁੱਦਾ ਹੀ ਹੈ ਨਹੀਂ ਸੀ, ਨਾ ਤਾਂ ਕਿਸੇ ਨੇ ਪਟੀਸ਼ਨ ਪਾਈ ਸੀ ਕਿ ਵੀ ਸਾਨੂੰ ਕਮੇਟੀ ਬਣਾ ਦਿਓ, ਨਾ ਹੀ ਸਰਕਾਰ ਨੇ ਖੁੱਲੇ ਤੌਰ ਤੇ ਕਿਹਾ ਸੀ। ਸਰਕਾਰ ਇਹ ਨਹੀਂ ਦੱਸ ਸਕੀ ਕਿ ਜੇ ਤੁਸੀਂ ਕਾਨੂੰਨ ਵਾਪਸ ਲੈ ਲੈਂਦੇ ਆ ਤਾਂ ਤੁਹਾਨੂੰ ਨੁਕਸਾਨ ਕੀ ਹੁੰਦਾ। ਪਰ ਅਸੀਂ ਅਕਸਰ ਦੇਖਿਆ ਕਿ ਵੱਖ-ਵੱਖ ਸਰਕਾਰਾਂ ਜਦੋਂ ਵੀ ਜਿਹੜੀਆਂ ਵੀ ਸੈਂਟਰ 'ਚ ਸਰਕਾਰ ਹੁੰਦੀ ਆ, ਉਹ ਆਪਣਾ ਦਬਦਬਾ ਜਿਹੜਾ ਬਣਾਉਣ ਲਈ ਬਹੁਤ ਵਾਰ ਰਾਜਪਾਲ ਦਾ ਉਪਯੋਗ ਵੀ ਕਰਦੇ ਆ। ਇਹੋ ਜਿਹੀ ਹੀ ਘਟਨਾ ਆਈ ਆ ਸਾਡੇ ਸਾਹਮਣੇ ਪੁਡੂਚੇਰੀ ਤੋਂ ਗਵਰਨਰ ਮੈਡਮ ਕਿਰਨ ਬੇਦੀ ਨੇ। ਪੰਜਾਬੀ ਨੈਸ਼ਨਲ ਟੀਵੀ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਵਿਚਾਰ ਚਰਚਾ 'ਚ ਜਿਨ੍ਹਾਂ ਵਿਚਾਰਾਂ ਤੇ ਆਪਾਂ ਚਰਚਾ ਕਰਨੀ ਹੈ ਉਹਦੇ 'ਚ ਸੁਪਰੀਮ ਕੋਰਟ ਵੱਲੋਂ ਅੰਤਰਿਮ ਰੋਕ ਪਾਉਣ ਤੋਂ ਬਾਅਦ ਦੀ ਸਥਿਤੀ ਤੇ ਚਰਚਾ ਕਰਨੀ ਹੈ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਪਹਿਲਾਂ ਨਾਲੋਂ ਵੱਧ ਰਹੀਆਂ ਨੇ, ਉਹ 'ਤੇ ਵਿਚਾਰ ਕਰਾਂਗੇ। ਉਸ ਤੋਂ ਬਾਅਦ ਗੱਲ ਕਰਾਂਗੇ ਭਾਜਪਾ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ। ਇਹ ਤੋਂ ਇਲਾਵਾ ਵਿਦੇਸ਼ ਨੀਤੀ ਦੇ ਬਾਰੇ 'ਚ ਥੋੜ੍ਹੀ ਜਿਹੀ ਕਰਾਂਗੇ ਗੱਲਬਾਤ। ਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਵਿਚਾਰ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਦੋ ਮਾਹਿਰ ਮਹਿਮਾਨ, ਅਵਤਾਰ ਸਿੰਘ ਸ਼ੇਰਗਿੱਲ ਜੀ ਤੇ ਅੰਮ੍ਰਿਤ ਸ਼ਰਮਾ ਜੀ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਜੀ। ਅਵਤਾਰ ਜੀ, ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਮੁਬਾਰਕਾਂ ਦੇ ਦਈਏ। ਦਰਸ਼ਕਾਂ ਨੂੰ ਵੀ ਨਾਲ ਹੀ ਦੇਣੀਆਂ ਨੇ ਆਪਾਂ, ਪਰ ਮੁਬਾਰਕਾਂ ਉਦੋਂ ਬਣਨਗੀਆਂ ਜਦੋਂ ਸਾਡੇ ਕਿਸਾਨ ਭਰਾ ਆਪਣੇ ਘਰਾਂ ਨੂੰ ਸੁਰੱਖਿਅਤ ਮੁੜਾਉਣਗੇ। ਬਿਲਕੁਲ ਜੀ, ਜਿੱਤ ਕੇ, ਹਨਾ। ਇਹ ਅਰਦਾਸ ਅਸੀਂ ਅੱਜ ਕਰਨੀ ਹੈ। ਤੇ ਇਹ ਤੋਂ ਇਲਾਵਾ ਜੇ ਹੁਣ ਮੁੱਦਿਆਂ ਵੱਲ ਆਈਏ ਤੇ ਮੁੱਦਾ ਬੜਾ ਭਖਦਾ ਹੋਇਆ ਹੈ, ਹਰ ਪਾਸੇ ਜਿਹਦੀ ਚਰਚਾ ਹੈ। ਆਸ ਸੀ ਨਿਆਂਪਾਲਿਕਾ ਤੋਂ ਕੁਝ ਨਿਆਂ ਛੇਤੀ ਮਿਲੇਗਾ ਜੀ, ਪਰ ਇਹ ਕਾਰਵਾਈ ਹੋਰ ਲੰਬੀ ਹੋ ਗਈ ਜਾਪਦੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਕਾਨੂੰਨਾਂ ਤੇ ਅੰਤਰਿਮ ਰੋਕ ਲਾ ਦਿੱਤੀ ਹੈ ਤੇ ਰੋਕ ਲਾ ਕੇ 4 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਤੇ ਇਹ ਤੋਂ ਬਾਅਦ ਦੀ ਸਥਿਤੀ ਤੁਸੀਂ ਦੱਸੋ ਅਵਤਾਰ ਜੀ। ਪਰਮਿੰਦਰ ਜੀ, ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਕਿਸਾਨ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਆ ਜੀ। ਉਹਦੇ ਪਿੱਛੇ ਵੀ ਕਾਰਨ ਆ ਜੀ, ਕਿਉਂਕਿ ਜਿਹੜੀ ਚੀਜ਼ ਮੰਗਦੇ ਨਹੀਂ, ਬਿਨਾਂ ਮੰਗੇ ਮਿਲੀ ਜਾਂਦਾ ਇਹਨਾਂ ਨੂੰ। ਕਾਨੂੰਨ ਮੰਗੇ ਨਹੀਂ, ਸਰਕਾਰ ਨੇ ਬਦੋ ਬਦੀ ਦੇ ਦਿੱਤੇ ਜੀ। ਲੈਣੇ ਕਿ ਨਹੀਂ ਦੱਸੋ, ਅਸੀਂ ਦੇਣੇ ਹੀ ਆ। ਕਮੇਟੀ ਮੰਗੀ ਨਹੀਂ ਸੀਗੀ, ਉਹ ਸੁਪਰੀਮ ਕੋਰਟ ਨੇ ਦੇ ਦਿੱਤੀ ਜੀ। ਸੋ ਇਹਨਾਂ ਦੇ ਤਾਂ ਮੈਨੂੰ ਲੱਗਦਾ ਦਿਨ ਚੰਗੇ ਆ ਵੀ ਬਿਨਾਂ ਮਤਲਬ ਮੰਗਿਆ ਹੀ ਸਭ ਕੁਝ ਮਿਲੀ ਜਾਂਦਾ। ਪਰ ਦੂਜੇ ਸੰਦਰਭ 'ਚ ਦੇਖਿਆ ਜਾਵੇ ਤੇ ਇਹਦੇ ਵਿੱਚ ਕਿਸਾਨਾਂ ਪੱਖੀ ਹਾਲੇ ਕੁਝ ਨਹੀਂ ਹੋਇਆ ਜੀ। ਜੋ ਕੁਝ ਵੀ ਹੋਇਆ, ਜਿਵੇਂ ਸਰਕਾਰ ਚਾਹੁੰਦੀ ਸੀ ਸ਼ੁਰੂ ਤੋਂ, ਉਹਨੂੰ ਪਹਿਲੇ ਦਿਨ ਤੋਂ ਹੀ ਰੱਖਿਆ ਸੀਗਾ ਕਿ ਕਮੇਟੀ ਬਣਾਤੀ ਜਾਵੇ। ਤੁਸੀਂ ਦੱਸੋ ਤੁਹਾਡੇ ਕੋਲ ਮੈਂਬਰ ਲੈਣੇ ਆ, ਠੀਕ ਹੈ, ਨੇ ਤਾਂ ਅਸੀਂ ਬਣਾ ਦਿੰਨੇ ਆ। ਉਹਦੇ ਤੇ ਕੋਖ ਕਰਾਂਗੇ, ਜੋ ਕੁਝ ਨਿਕਲੂਗਾ ਪੜਤਾਲ ਕਰਨ ਤੋਂ ਬਾਅਦ ਫਿਰ ਦੇਖੀ ਜਾਊ। ਉਹ ਵੀ ਲੰਬਾ ਪ੍ਰੋਸੈਸ ਸੀਗਾ ਜੀ। ਗੱਲ ਉੱਥੇ ਆ ਕੇ ਫਿਰ ਟਿਕ ਗਈ ਵੀ ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲ ਤਾਂ ਦਿੱਤਾ, ਬਹੁਤ ਵਧੀਆ ਗੱਲ ਹੈ, ਸਵਾਗਤਯੋਗ ਆ। ਸਾਡੀ ਸਤਿਕਾਰਯੋਗ ਸਰਵਉੱਚ ਸੰਸਥਾ ਆ, ਸੰਵਿਧਾਨਕ ਸੰਸਥਾ ਆ ਸੁਪਰੀਮ ਕੋਰਟ। ਇਹਦੇ ਤੇ ਵੈਸੇ ਵੀ ਟਿੱਪਣੀ ਕਰਨੀ ਮੁਨਾਸਬ ਨਹੀਂ ਸਮਝਿਆ ਜਾਂਦਾ, ਨਾ ਹੀ ਕੀਤੀ ਜਾਣੀ ਚਾਹੀਦੀ ਆ, ਕਿਉਂਕਿ ਨਿਆਂ ਪ੍ਰਣਾਲੀ ਦਾ ਇੱਕ ਆਖਰੀ ਪੜਾਅ ਆ। ਇਸ ਤੋਂ ਬਾਅਦ ਤਾਂ ਫਿਰ ਰੱਬ ਹੀ ਆ। ਜੇ ਇੱਥੋਂ ਨਿਆਂ ਨਾ ਮਿਲੇ ਤਾਂ ਫਿਰ ਉਹ ਗੱਲ ਕੁਝ ਹੋਰ ਹੋ ਜਾਂਦੀ ਆ। ਸੋ ਸਾਰਿਆਂ ਨੂੰ ਆਸਾਂ ਇਸ ਵੱਡੀ ਅਦਾਲਤ ਤੋਂ ਹੁੰਦੀਆਂ ਆ। ਖੈਰ, ਜਿਹੜੀਆਂ ਚੀਫ ਜਸਟਿਸ ਦੀਆਂ ਟਿੱਪਣੀਆਂ ਸੀਗੀਆਂ ਉਹ ਪਰਸੋਂ ਵੀ ਆਪਾਂ ਦੇਖੀਆਂ, ਬੜੀਆਂ ਸਖਤ ਸੀਗੀਆਂ। ਕੱਲ ਵੀ ਉਹਨਾਂ ਨੇ ਜਿਹੜੀ ਕੀਤੀਆਂ ਉਹ ਵੀ ਆਪਣੇ ਲਹਿਜੇ 'ਚ ਬਹੁਤ ਵਧੀਆ ਔਰ ਸਖਤ ਕੀਤੀਆਂ। ਪਰ ਇਹਦੇ ਵਿੱਚ ਮੈਂ ਇਹ ਸਮਝਦਾ ਵੀ ਪਰਸੋਂ ਵਾਲਾ ਦਿਨ ਜਿਹੜਾ, ਉਦੋਂ ਸਰਕਾਰ ਕਟਹਿਰੇ 'ਚ ਸੀ ਤੇ ਕੱਲ ਜਿਹੜੇ ਆ ਉਹ ਕਿਸਾਨ ਕਟਹਿਰੇ 'ਚ ਸੀ, ਜੋ ਮੈਨੂੰ ਅਨੁਭਵ ਹੋਇਆ। ਕਿਉਂਕਿ ਪਰਸੋਂ ਉਹਨਾਂ ਨੇ ਬੜੀ ਝਾੜ ਚਮਕ ਕੇਂਦਰ ਦੀ ਕੀਤੀ ਵੀ ਤੁਸੀਂ ਐਂ ਕਰਦੇ ਆ, ਉਹ ਕਰਦੇ, ਦੇਖਿਆ ਨਹੀਂ ਤੁਸੀਂ ਕਿਸਾਨ ਮਰ ਰਹੇ ਆ, ਖੁਦਕੁਸ਼ੀਆਂ ਕਰ ਰਹੇ ਆ, ਤੁਸੀਂ ਡੀਲਿੰਗ ਨਹੀਂ ਵਧੀਆ ਕੀਤੀ, ਤੁਹਾਡੇ ਵਿੱਚ ਇਹ ਪੋਟੈਂਸ਼ੀਅਲ ਹੀ ਹੈ ਨਹੀਂ ਸੀ ਇਹਨੂੰ ਡੀਲ ਕਰਨ ਦੀ। ਸੋ ਗੱਲਬਾਤ ਕਰ ਰਹੇ ਸੀ, ਨਿਕਲਿਆ ਕੁਛ ਨਹੀਂ। ਕੱਲ ਦੀ ਗੱਲ ਜਿਹੜੀ ਗੱਲ ਸੀਗੀ ਉਹ ਫਿਰ ਗੱਲ ਉੱਥੇ ਆ ਗਈ ਪਈ, ਉਹ ਕਮੇਟੀ ਤੇ ਆ ਕੇ ਨਿਬੜਦੀ ਸੀ, ਨਿਬੜ ਵੀ ਗਈ। ਅਖੀਰ 'ਚ 4 ਮੈਂਬਰੀ ਕਮੇਟੀ ਵੀ ਬਣਾਤੀ। ਪਰ ਸਵਾਲ ਇੱਥੇ ਇਹ ਉੱਠਦਾ ਆ ਵੀ ਜਿਹੜੀਆਂ ਪਟੀਸ਼ਨਾਂ ਸੁਪਰੀਮ ਕੋਰਟ 'ਚ ਪਾਈਆਂ ਗਈਆਂ ਸੀਗੀਆਂ ਉਹਨਾਂ ਦਾ ਕੀ ਬਣਿਆ? ਪਟੀਸ਼ਨ ਪਾਈ ਗਈ ਸੀਗੀ ਵੀ ਧਰਨਾ ਪ੍ਰਦਰਸ਼ਨ ਚੁੱਕਿਆ ਜਾਵੇ, ਪਬਲਿਕ ਪ੍ਰਾਪਰਟੀ ਦੇ ਉੱਤੇ ਬੈਠੇ ਆ, ਲੋਕਾਂ ਨੂੰ ਆਵਾਜਾਈ ਲਈ ਆਲੇ ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨੀ ਆ, ਇਹ ਖੁਦ ਵੀ ਪਰੇਸ਼ਾਨੀ 'ਚ ਬੈਠੇ ਆ, ਇਹਨਾਂ ਦਾ ਹਾਲਤ ਖਰਾਬ ਆ, ਜੋ ਵੀ ਹੈ ਉਹਦੇ ਸੰਬੰਧੀ ਉਹਨਾਂ ਨੇ ਪਟੀਸ਼ਨ ਪਾਈ ਸੀਗੀ। ਉਹਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੈਗਾ, ਲੱਗਦਾ ਜਿੱਦਾਂ ਡਿਸਪੋਜ਼ ਆਫ ਹੋ ਗਈ ਹੁੰਦੀ ਆ। ਅਗਲੀ ਪਟੀਸ਼ਨ ਜਿਹੜੀ ਸੀਗੀ ਉਹ ਤਾਂ ਸੀਗੀ ਸੈਂਟਰ ਨੇ ਬਣਾਏ ਹੋਏ ਕਾਨੂੰਨ, ਉਹਨਾਂ ਦੀ ਸੰਵਿਧਾਨਕ ਵੈਧਤਾ ਹੈਗੀ ਕਿ ਨਹੀਂ ਹੈਗੀ।
ਪਟੀਸ਼ਨ ਉਹ ਸੀਗੀ, ਦੋਨੇ ਉਹ ਵੀ ਕਿਸੇ ਲਾਅ ਸਟੂਡੈਂਟ ਨੇ ਪਾਈ ਸੀਗੀ, ਇਹ ਖੁਦ ਲਾਇਰ ਨੇ ਪਾਈ ਸੀਗੀ, ਤੇ ਇਹ ਤਾਂ ਸੈਂਟਰ ਦੇ ਪਰਵਿਊ ਦੇ ਵਿੱਚ ਆਉਂਦਾ ਹੀ ਨਹੀਂ ਖੇਤੀਬਾੜੀ ਮਹਿਕਮਾ, ਤੇ ਇਹਨਾਂ ਨੇ ਇਹ ਕਾਨੂੰਨ ਬਣਾ ਕੇ ਤਾਂ ਦਿੱਤੇ। ਸੇ ਇਹਦੀ ਜਿਹੜੀ ਆ ਕੰਸਟੀਟਿਊਸ਼ਨਲ ਵੈਲਿਡਿਟੀ ਜਿਹਨੂੰ ਕਹਿੰਦੇ ਆ, ਉਹਦੇ ਸੰਬੰਧੀ ਪਟੀਸ਼ਨ ਸੀਗੀ, ਗੱਲ ਉਹਦੀ ਵੀ ਨਹੀਂ ਹੋਈ। ਹੁਣ ਇੱਥੇ ਇਹ ਸਵਾਲ ਇੱਕ ਹੋਰ ਉੱਠਦਾ ਹੈ ਵੀ ਸੁਪਰੀਮ ਕੋਰਟ ਨੂੰ ਆਖਰ ਕਮੇਟੀ ਬਣਾਉਣੀ ਕਿਉਂ ਪਈ, ਜਦ ਇਹਦੇ ਬਾਰੇ ਕੋਈ ਮੁੱਦਾ ਹੀ ਹੈ ਨਹੀਂ ਸੀ। ਨਾ ਤਾਂ ਕਿਸੇ ਨੇ ਪਟੀਸ਼ਨ ਪਾਈ ਸੀ ਕਿ ਵੀ ਸਾਨੂੰ ਕਮੇਟੀ ਬਣਾ ਦਿਓ, ਨਾ ਹੀ ਸਰਕਾਰ ਨੇ ਖੁੱਲੇ ਤੌਰ ਤੇ ਕਿਹਾ ਸੀ। ਅੰਦਰ ਖਾਤੇ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿਸਾਨਾਂ ਨਾਲ ਵੀ ਕਮੇਟੀ ਬਣੇ, ਪਰ ਖੁੱਲੇ ਆਮ ਤਾਂ ਉਹਨਾਂ ਨੇ ਵੀ ਨਹੀਂ ਕਿਹਾ ਠੀਕ ਆ ਜੀ ਤੁਸੀਂ ਕਮੇਟੀ ਬਣਾ ਦਿਓ। ਚਲੋ ਇਹ ਗੱਲ ਨਿਬੜ ਗਈ। ਉਹ 2 ਪਟੀਸ਼ਨਾਂ ਦਾ ਕਿਤੇ ਕੋਈ ਨਾਮੋ ਨਿਸ਼ਾਨ ਦਿਸਿਆ ਨਹੀਂ। ਸੁਪਰੀਮ ਕੋਰਟ ਦੀ ਜਿਹੜੀ ਜ਼ਿਆਦਾ ਉਹਨਾਂ ਨੇ ਇਸ ਕਮੇਟੀ ਦੇ ਬਾਰੇ ਤਰਕ ਦਿੱਤਾ, ਉਹ ਇਹੀ ਆ ਕਿ ਸਿਆਸਤ ਔਰ ਨਿਆਂਪਾਲਿਕਾ ਦੇ ਵਿੱਚ ਬਹੁਤ ਫਰਕ ਆ। ਤੁਸੀਂ ਸਿਆਸਤ ਕਰਦੇ ਆ, ਅਸੀਂ ਨਿਆਂਪਾਲਿਕਾ ਦੇ ਹਿਸਾਬ ਨਾਲ ਦੇਖਣਾ ਆ, ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੱਲ ਵੀ ਦੇਖਣਾ ਆ, ਲੋਕਾਂ ਦੇ ਮਨੁੱਖੀ ਅਧਿਕਾਰਾਂ ਵੱਲ ਵੀ ਦੇਖਣਾ ਆ, ਉਹਨਾਂ ਦੇ ਫੰਡਾਮੈਂਟਲਸ ਰਾਈਟਸ ਬਾਰੇ ਵੀ ਦੇਖਣਾ ਆ। ਉਹ ਸਾਰੇ ਪਹਿਲੂਆਂ ਨੂੰ ਤਰਕ ਦੇ ਕੇ ਉਹਨਾਂ ਦਾ ਖਿਆਲ ਕਰਕੇ ਇਹਨਾਂ ਨੇ ਕਮੇਟੀ ਬਣਾ ਕੇ ਨਾਲ ਇਹ ਵੀ ਕਿਹਾ ਵੀ ਇਹ ਕਮੇਟੀ ਕੋਈ ਫੈਸਲਾ ਨਹੀਂ ਦੇਵੇਗੀ, ਕਿਸੇ ਦੇ ਕੋਈ ਲਾਗੂ ਨਹੀਂ ਕਰੇਗੀ। ਇਹ ਆਪ ਦੀ ਗੱਲ ਕਰਕੇ, ਆਪ ਦੀ ਘੋਖ ਪੜਤਾਲ ਕਰਕੇ ਜੋ ਇਹਦੇ ਵਿੱਚ ਨਿਕਲੂਗਾ, ਜੋ ਪੈਂਦਾ ਹੋਊਗਾ, ਜੋ ਕਰਨਾ ਹੋਊਗਾ, ਉਹ ਸਾਨੂੰ ਆ ਕੇ ਸਿੱਧੀ ਸਿਫਾਰਿਸ਼ ਕਰੂਗੀ, ਅਸੀਂ ਉਹਦੇ ਬਾਰੇ ਫੈਸਲਾ ਕਰਨਾ। ਸੁਪਰੀਮ ਕੋਰਟ ਨੇ ਕਰਨਾ। ਉਹਨਾਂ ਨੇ ਸਾਫ਼ ਕਿਹਾ ਵੀ ਇਹ ਕਮੇਟੀ ਨਾ ਤਾਂ ਸਰਕਾਰ ਲਈ ਆ, ਨਾ ਇਹ ਕਿਸਾਨਾਂ ਲਈ ਆ, ਅਸੀਂ ਬਣਾਉਣੀ ਆ, ਸਾਡੇ ਲਈ ਬਣੀ ਆ। ਨਾਲ ਉਹਦਾ ਇਹ ਵੀ ਸੀਗਾ ਵੀ ਸਾਨੂੰ ਕੋਈ ਇਹੋ ਜਿਹੀ ਕਮੇਟੀ ਬਣਾਉਣ ਤੋਂ ਰੋਕ ਨਹੀਂ ਸਕਦਾ। ਜਾਇਜ਼ ਆ ਗੱਲ, ਸੁਪਰੀਮ ਕੋਰਟ ਨੂੰ ਕੋਈ ਵੀ ਰੋਕ ਨਹੀਂ ਸਕਦਾ। ਪਰ ਉਹਦੇ ਵਿੱਚ ਗੱਲ ਜਿਹੜੀ ਉਹਨਾਂ ਨੇ ਤਰਕ ਦਿੱਤੀ ਆ, ਉਹ ਇਹੀ ਆ ਵੀ ਸਾਨੂੰ ਕਿਸਾਨਾਂ ਦੀ ਚਿੰਤਾ ਹੋ ਰਹੀ ਆ। ਮੈਂ ਪਰਸੋਂ ਵੀ ਕਿਹਾ ਸੀਗਾ ਵੀ ਉਹਨਾਂ ਨੇ ਨਿੱਜੀ ਤੌਰ ਤੇ ਚੀਫ ਜਸਟਿਸ ਨੇ ਆਪ ਦਾ ਸੁਨੇਹਾ ਕਿਸਾਨਾਂ ਵੱਲ ਪਹੁੰਚਾਉਣ ਦੀ ਕੀਤੀ ਗੱਲ, ਬਈ ਮੈਨੂੰ ਬਹੁਤ ਦੁੱਖ ਹੋ ਰਿਹਾ, ਇੱਥੇ ਬਜ਼ੁਰਗ ਠੰਡ ਦੇ ਵਿੱਚ ਮੀਂਹ 'ਚ ਬੈਠੇ ਆ, ਕਿਰਪਾ ਕਰਕੇ ਇਹਨਾਂ ਨੂੰ ਭੇਜ ਦਿਓ ਵਾਪਸ। ਕੱਲ ਵੀ ਉਹਨਾਂ ਨੇ ਇਹੀ ਗੱਲ ਦੁਹਰਾਈ ਆ ਵੀ ਇਹੋ ਜਿਹੇ ਕੜਾਕੇ ਦੀ ਠੰਡ 'ਚ ਬਹਿਣਾ ਇਹ ਬਹੁਤ ਹੀ ਅਸਹਿ ਆ, ਇਹਨੂੰ ਕਿਸੇ ਤਰੀਕੇ ਨਾਲ ਭੇਜ ਦਿਓ। ਫਿਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਠੀਕ ਹੈ, ਤੁਸੀਂ ਜੇ ਕਮੇਟੀ ਨਹੀਂ ਵੀ ਮੰਨਦੇ ਕੋਈ ਇਹਨੂੰ, ਤੇ ਜੇ ਕੋਈ ਇਹਨੂੰ ਹੱਲ ਕਰਨ ਵੱਲ ਸੋਚੇਗਾ ਤਾਂ ਕਮੇਟੀ ਨੂੰ ਜ਼ਰੂਰ ਮਨਜ਼ੂਰ ਕਰੂਗਾ। ਖੈਰ ਉਹ ਬਾਅਦ ਦੀ ਗੱਲ ਆ, ਪਰ ਉਹਨਾਂ ਦਾ ਜਿਹੜਾ ਤਰਕ ਆ ਉਹ ਇਸੇ ਸੰਬੰਧ ਵਿੱਚ ਸੀਗਾ ਵੀ ਅਸੀਂ ਇਹਨਾਂ ਸਾਰਿਆਂ ਦੇ ਦੇਸ਼ ਨੂੰ ਚਲਾਉਣ ਦੇ ਮਾਰੇ ਨੇ ਦੇਖਣਾ ਆ, ਦੇਸ਼ ਦੀ ਜਨਤਾ ਦੀ ਰਾਖੀ ਲਈ ਦੇਖਣਾ ਹੈ, ਨਾ ਕਿ ਸਿਆਸਤ ਕਰਨੀ ਹੈ। ਸੋ ਇਹ ਕਮੇਟੀ ਬਣਾਈ ਗਈ ਆ, ਉਹਦੇ ਵਿੱਚ 4 ਮੈਂਬਰ ਲਏ ਗਏ ਜੀ ਉਹਨਾਂ ਨੇ। ਤੁਸੀਂ ਦੱਸਿਆ ਕਿ ਸੁਪਰੀਮ ਕੋਰਟ ਦੇ ਜੱਜ ਨੇ ਬੜਾ ਭਾਵੁਕ ਹੋ ਕੇ ਗੱਲਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ, ਤੇ ਖੇਤੀ ਮੰਤਰੀ ਨਾਲ ਜਦੋਂ ਬਾਬਾ ਲੱਖਾ ਸਿੰਘ ਗੱਲਬਾਤ ਕਰਨ ਗਏ ਸੀ ਨਾ, ਜਦੋਂ ਮੀਟਿੰਗ ਤੋਂ ਬਾਹਰ ਆਏ, ਤੇ ਉਹਨਾਂ ਦਾ ਕਹਿਣਾ ਸੀ ਕਿ ਖੇਤੀ ਮੰਤਰੀ ਦੀਆਂ ਅੱਖਾਂ ਵਿੱਚ ਹੰਝੂ ਸੀ, ਉਹ ਰੋ ਪਏ ਸੀ, ਭਾਵੁਕ ਹੋ ਗਏ ਸੀ। ਜੇ ਇੰਨੀ ਭਾਵੁਕਤਾ ਹੈ ਤੇ ਫਿਰ ਉੱਥੇ ਹੱਦਾਂ ਤੇ ਬੈਠੇ ਜਿਹੜੇ ਲੋਕ ਨੇ ਉਹ ਵੀ ਤਾਂ ਆਖਿਰ ਇਨਸਾਨ ਨੇ ਨਾ, ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਜਾ ਰਿਹਾ? ਆਪਾਂ ਇਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਪਹਿਲਾਂ ਅੰਮ੍ਰਿਤ ਜੀ ਵੱਲ ਆਉਂਦੇ ਹਾਂ। ਸੁਪਰੀਮ ਕੋਰਟ ਨੇ ਤਾਂ ਕਮੇਟੀ ਬਣਾ ਦਿੱਤੀ, ਤੇ ਇਧਰ ਕਿਸਾਨਾਂ ਦਾ ਰੁਖ ਇੱਕੋ ਹੀ ਸਪਸ਼ਟ, ਬਈ ਜਿੱਤਾਂਗੇ ਤਾਂ ਜਾਵਾਂਗੇ। ਤੇ ਦੱਸੋ ਫਿਰ ਅਗਲੀ ਰਣਨੀਤੀ ਕਿਸਾਨਾਂ ਨੇ ਕਿਹੜੀ ਘੜੀ ਹੈ? ਕਿਸਾਨਾਂ ਦੀ ਰਣਨੀਤੀ ਤਾਂ ਜੀ ਉਹਨਾਂ ਨੂੰ ਘੜਨ ਦੀ ਲੋੜ ਨਹੀਂ ਹੈ। ਉਹ ਜਦੋਂ ਪੰਜਾਬ 'ਚ ਬੈਠੇ ਸੀ ਉਦੋਂ ਵੀ ਇੱਕ ਗੱਲ ਤੇ ਖੜੇ ਸੀ, ਜਦੋਂ ਉਹ ਇੱਥੋਂ 2 ਮਹੀਨੇ ਵੇਟ ਕਰਨ ਤੋਂ ਬਾਅਦ ਦਿੱਲੀ ਪਹੁੰਚ ਗਏ ਉਦੋਂ ਵੀ ਉਸੇ ਗੱਲ ਤੇ ਖੜੇ ਸੀ, ਤੇ ਜਦੋਂ 1.5 ਮਹੀਨਾ ਉੱਥੇ ਬੈਠਿਆਂ ਨੂੰ ਬੀਤ ਗਿਆ ਉਦੋਂ ਵੀ ਉਹ ਇੱਕੋ ਹੀ ਲਾਈਨ ਦੇ ਉੱਤੇ ਖੜਿਆ। ਉਹਨਾਂ ਦੀ ਕੋਈ ਰਣਨੀਤੀ ਉਸ ਕੰਮ ਲਈ ਨਹੀਂ ਹੈਗੀ। ਸਿਰਫ ਇੱਕ ਲਾਈਨ ਦੀ ਗੱਲ ਆ ਕਿ ਸਾਨੂੰ ਇਹ ਕਾਨੂੰਨ ਜਿਹੜੇ ਆ ਉਹ ਲੋੜੀਂਦੇ ਨਹੀਂ ਹੈਗੇ, ਇਹ ਗਲਤ ਨੇ। ਜਿਹੜੀ ਗੱਲ ਸ਼ੇਰਗਿੱਲ ਸਾਹਿਬ ਨੇ ਦੱਸੀ ਉਹ ਬਿਲਕੁਲ ਉਹਦੇ 'ਚ 2 ਪੁਆਇੰਟ ਇਹਨਾਂ ਨੇ ਬਹੁਤ ਵਾਜਬ ਉਠਾਏ ਆ ਕਿ ਜਿਹੜੇ 2 ਕੇਸ ਸੁਪਰੀਮ ਕੋਰਟ 'ਚ ਲੱਗੇ ਸੀ ਉਹ ਤਾਂ ਕੁਝ ਹੋਰ ਕਹਿ ਰਹੇ ਸੀ, ਉਹਨਾਂ ਕੇਸਾਂ ਤੇ ਕੋਈ ਗੱਲ ਨਹੀਂ ਕੀਤੀ। ਤੇ ਜਿਹੜੀ ਇੱਕ ਕਮੇਟੀ ਐਮਪਾਵਰ ਕੀਤੀ ਆ ਉਹਦੇ ਲਈ ਵੀ ਉਹਨਾਂ ਦਾ ਆਪਣਾ ਤਰਕ ਬਹੁਤ ਵਧੀਆ ਹੈ ਕਿ ਉਹ ਅਸੀਂ ਆਪਣੇ ਲਈ ਬਣਾਈ ਆ। ਪਰ ਜਿਹੜੇ ਕੇਸ ਸੁਪਰੀਮ ਕੋਰਟ 'ਚ ਪਟੀਸ਼ਨ ਕਰਤਾ ਨੇ ਪਟੀਸ਼ਨ ਪਾਈ ਸੀ, ਉਹਦਾ ਕੀ ਬਣਿਆ ਉਹਦੇ ਲਈ ਕੁਝ ਨਹੀਂ ਦੱਸਿਆ। ਅਗਲੀ ਤਰੀਕ ਪਾ ਦਿੱਤੀ ਆ, ਉਹ ਅਗਲੀ ਤਰੀਕ ਨੂੰ ਕੀ ਹੋਏਗਾ ਉਹ ਤਾਂ ਬਾਅਦ ਦੀ ਗੱਲ ਆ। ਪਹਿਲਾਂ ਮੈਨੂੰ ਇੱਕ ਗੱਲ ਹੋਰ ਲੱਗਦੀ ਆ ਕਿ ਸੁਪਰੀਮ ਕੋਰਟ ਦੇ ਉੱਤੇ ਅਸੀਂ ਟਿੱਪਣੀ ਨਹੀਂ ਕਰ ਸਕਦੇ, ਪਰ ਜੋ ਵੀ ਉਹਦਾ ਫੈਸਲਾ ਹੋਇਆ ਉਹਦੀ ਪਹੁੰਚਾਣ ਤੇ ਅਸੀਂ ਕਰ ਹੀ ਸਕਦੇ ਹਾਂ। ਅਸੀਂ ਕੋਰਟ ਨੂੰ ਕੰਡੈਮ ਨਹੀਂ ਕਰਦੇ, ਪਰ ਅਸੀਂ ਆਪਣੀ ਗੱਲ ਤੇ ਰੱਖ ਹੀ ਸਕਦੇ ਹਾਂ। ਅਸੀਂ ਆਮ ਤੌਰ ਤੇ ਪੰਚਾਇਤਾਂ ਦੇ ਵਿੱਚ ਜਾਂ ਕਿਤੇ ਜਿੱਥੋਂ ਵੀ ਕਿਤੇ ਬੈਠਦੇ ਹਾਂ, ਅਸੀਂ ਉੱਥੇ ਦੇਖਦੇ ਹਾਂ ਜਦੋਂ ਅਸੀਂ ਰਾਜੀਨਾਮਾ ਕਰਾਉਣਾ ਹੁੰਦਾ ਨਾ, ਤੇ ਅਸੀਂ ਜਿਹੜੀ ਗਲਤ ਧਿਰ ਹੁੰਦੀ ਹੈ ਉਹਨੂੰ ਝਾੜਦੇ ਝੰਬਦੇ ਹਾਂ। ਉਹਨੂੰ ਅਸੀਂ ਕਹਿੰਦੇ ਹਾਂ ਕਾਕਾ ਤੇਰੀ ਗਲਤੀ ਸੀ, ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ। ਕਈ ਵਾਰ ਉਹਨੂੰ ਡਾਂਟ ਵੀ ਦਿੰਦੇ ਹਾਂ ਤੇ ਕਈ ਵਾਰ 2 ਮਾਰ ਵੀ ਦਿੰਦੇ ਹਾਂ, ਤੇ ਬਾਅਦ ਵਿੱਚ ਦੂਜੀ ਧਿਰ ਨੂੰ ਕਹਿ ਦਿੰਦੇ ਹਾਂ ਕਿ ਅਸੀਂ ਤੇ ਆਪਣਾ ਹੱਲ ਪੂਰਾ ਕਰ ਦਿੱਤਾ, ਅਸੀਂ ਇਹਨੂੰ ਸਮਝਾ ਦਿੱਤਾ ਅੱਗੇ ਤੋਂ ਇਦਾਂ ਨਹੀਂ ਕਰੇਗਾ। ਉਹ ਜਿਹੜਾ ਪਹਿਲਾ ਦਿਨ ਸੀ ਕੋਰਟ ਦਾ ਕੁਝ ਅਜਿਹਾ ਹੀ ਸੀ। ਉਦੋਂ ਲੱਗਦਾ ਸੀ ਕਿ ਜਿਹੜੀ ਸੁਪਰੀਮ ਕੋਰਟ ਆ ਉਹ ਕਿਸਾਨਾਂ ਲਈ ਬਹੁਤ ਵਧੀਆ ਤਰੀਕੇ ਨਾਲ ਸੋਚਦੀ ਆ। ਪਰ ਸੋਚਣ ਵਾਲੀ ਗੱਲ ਇਹ ਆ ਕਿ ਸੁਪਰੀਮ ਕੋਰਟ ਜੇ ਕਿਸਾਨਾਂ ਲਈ ਵਾਕਈ ਵਧੀਆ ਸੋਚਦੀ ਤਾਂ ਬਹੁਤ ਦਿਨਾਂ ਤੋਂ ਕਿਸਾਨ ਉੱਥੇ ਬੈਠੇ ਆ। ਉਸ ਤੋਂ ਵੀ ਪਹਿਲਾਂ ਪੰਜਾਬ 'ਚ ਵੀ ਬੈਠੇ ਸੀ। ਬਹੁਤ ਸਾਰੇ ਕੇਸਾਂ ਦੇ ਵਿੱਚ ਅਦਾਲਤ ਜਿਹੜੀ ਆ ਉਹ ਸੋ ਮੋਟੋ ਲੈ ਕੇ ਆਪਣੇ ਆਪ ਹੀ ਕੁਝ ਕੇਸ ਦਰਜ ਕਰ ਲੈਂਦੀ ਆ, ਤੇ ਅਦਾਲਤ ਜਿਹੜੀ ਆ ਉਹ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇ ਸਕਦੀ ਆ। ਹਾਲਾਂਕਿ ਜਦੋਂ ਅਸੀਂ ਸੰਵਿਧਾਨ ਪੜ੍ਹਦੇ ਹਾਂ ਤੇ ਸੁਪਰੀਮ ਕੋਰਟ ਬਣਾਏ ਹੋਏ ਕਾਨੂੰਨਾਂ ਦੇ ਉੱਤੇ ਗੱਲ ਨਹੀਂ ਕਰ ਸਕਦੀ, ਪਰ ਜੇ ਉਹਨਾਂ ਨੂੰ ਲੱਗੇ ਕਿ ਇਹ ਗੈਰ ਸੰਵਿਧਾਨਕ ਨੇ
ਤੇ ਰੋਕ ਲਾਉਣ ਦੀ ਬਜਾਏ ਉਹ ਰੱਦ ਵੀ ਕਰ ਸਕਦੀ ਸੀ, ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਦੇ ਸੀ ਤੇ ਸਰਕਾਰ ਉਹਨਾਂ ਨੂੰ ਮੰਨਦੀ ਨਹੀਂ ਮੰਨਦੀ, ਉਹ ਫਿਰ ਅੱਗੇ ਗੱਲ ਹੋਰ ਪਾਸੇ ਜਾਣੀ ਸੀ। ਪਰ ਹੁਣ ਜੋ ਕੱਲ ਸੁਪਰੀਮ ਕੋਰਟ ਨੇ ਕੀਤਾ ਉਹਨੂੰ ਤੁਸੀਂ ਸਰਕਾਰ ਪੱਖੀ ਹੀ ਦੇਖ ਸਕਦੇ ਆ, ਕਿਸਾਨ ਪੱਖੀ ਨਹੀਂ। ਕਿਸਾਨਾਂ ਦੇ ਪੱਖ ਤੋਂ ਸਿਰਫ ਇੱਕ ਗੱਲ ਸਹੀ ਆ ਕਿ ਕਾਨੂੰਨਾਂ ਦੇ ਉੱਤੇ ਰੋਕ ਲਾਈ ਆ, ਭਾਵੇਂ ਉਹ ਇੰਟਰਮ ਰੋਕ ਹੀ ਆ, ਕੁਝ ਸਮੇਂ ਲਈ ਹੀ ਰੋਕਿਆ। ਸਰਕਾਰ ਨੂੰ ਵੀ ਉਸ ਗੱਲ ਨੂੰ ਉਨੀ ਦੇਰ ਲਈ ਮੰਨਣਾ ਪੈਣਾ ਜਦ ਤੱਕ ਕੋਈ ਅਗਲਾ ਫੈਸਲਾ ਨਹੀਂ ਹੁੰਦਾ। ਉਹ ਫੈਸਲਾ ਭਾਵੇਂ ਸੁਪਰੀਮ ਕੋਰਟ ਵੱਲੋਂ ਹੋਵੇ, ਭਾਵੇਂ ਸਰਕਾਰ ਵੱਲੋਂ ਹੋਵੇ, ਭਾਵੇਂ ਕਿਸੇ ਮੀਡੀਏਟਰ ਦੀ ਮਦਦ ਨਾਲ ਹੋਵੇ, ਪਰ ਕਿਸਾਨਾਂ ਦੀ ਇੱਕ ਗੱਲ ਜਿਹੜੀ ਉੱਥੇ ਬਹੁਤ ਸਪਸ਼ਟ ਤੇ ਸਾਫ਼ ਤੇ ਕਲੀਅਰ ਆ ਕਿ ਉਹ ਜਿਹੜੇ ਕਾਨੂੰਨ ਆ ਉਹ ਸਾਨੂੰ ਨਹੀਂ ਚਾਹੀਦੇ। ਉਸ ਤੋਂ ਬਾਅਦ ਹੀ ਆਪਾਂ ਕਿਸੇ ਹੋਰ ਗੱਲ ਤੇ ਜਾਵਾਂਗੇ। ਜੀ ਅਵਤਾਰ ਜੀ, ਤੁਹਾਡੇ ਵੱਲ ਆਵਾਂਗੇ ਵੀ 4 ਮੈਂਬਰੀ ਜਿਹੜੀ ਕਮੇਟੀ ਬਣਾਈ ਹੈ ਉਹਦੇ ਜਿਹੜੇ ਮਾਹਿਰ ਸ਼ਾਮਿਲ ਕੀਤੇ ਗਏ ਉਹਨਾਂ ਦੇ ਪਿਛੋਕੜ ਬਾਰੇ ਜੇ ਤੁਸੀਂ ਥੋੜਾ ਜਿਹਾ ਦੱਸੋ ਤਾਂ। ਬਿਲਕੁਲ ਜੀ, ਇਹ ਚਾਰੇ ਮੈਂਬਰ ਜਿਹੜੇ ਆ ਇਹਨਾਂ ਦਾ ਜਦੋਂ ਕੱਲ ਨਾਂ ਨਸ਼ਰ ਹੋਇਆ ਮੀਡੀਆ ਦੇ ਵਿੱਚ ਉਦੋਂ ਹੀ ਰੌਲਾ ਪੈ ਗਿਆ ਸੀਗਾ ਵੀ ਇਹ ਪੂਰੀ ਤਰ੍ਹਾਂ ਸਰਕਾਰ ਪੱਖੀ ਆ ਜੀ। ਇਹਨਾਂ ਚਾਰਾਂ ਮੈਂਬਰਾਂ ਨੇ ਇਹਨਾਂ ਸਮੇਂ ਦੌਰਾਨ ਹੀ ਵੱਖ-ਵੱਖ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਲੇਖ ਵੀ ਲਿਖੇ ਆ, ਬਿਆਨ ਵੀ ਦਿੱਤੇ ਆ, ਕੁਛ ਇੱਕ ਜਿਹੜੇ ਜਾ ਕੇ ਖੇਤੀਬਾੜੀ ਮੰਤਰੀ ਨੂੰ ਮਿਲੇ ਵੀ ਆ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ। ਹੁਣ ਉਹਦੇ ਤੋਂ ਸਵਾਲ ਇਸ ਕਰਕੇ ਉੱਠਿਆ ਆ ਵੀ ਇਹ ਚਾਰੇ ਮੈਂਬਰ ਸਰਕਾਰ ਪੱਖੀ ਆ ਤੇ ਹੋ ਸਕਦਾ ਨਾ ਜਿਹੜੇ ਵੀ ਸਰਕਾਰ ਨੇ ਹੀ ਦਿੱਤੇ ਹੋਣ। ਇਹਦੇ ਬਾਰੇ ਤਫਸੀਲ ਨਾਲ ਗੱਲ ਦੱਸਣੀ ਪਊਗੀ ਵੀ ਇਹ ਬੰਦੇ ਹੈ ਕੌਣ ਆ ਤੇ ਅੱਗੇ ਇਹਦੇ ਨਾਲ ਕਿਸਾਨਾਂ ਨੇ ਇਹਦੇ ਕਮੇਟੀ ਬਾਰੇ ਕੀ ਕਿਹਾ ਉਹ ਵੀ ਦੱਸਣੀ ਪਊਗੀ ਤਫਸੀਲ ਨਾਲ ਜੀ। ਲਓ ਜੀ, ਆਪਾਂ ਤਫਸੀਲ ਜਾਣਾਂਗੇ ਤੁਹਾਡੇ ਕੋਲੋਂ, ਪਰ ਇਸ ਵੇਲੇ ਵਿਚਾਰ ਚਰਚਾ ਪ੍ਰੋਗਰਾਮ 'ਚ ਬ੍ਰੇਕ ਲੈਣੇ ਆ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ ਤੇ ਆਉਂਦੇ ਹਾਂ ਅਵਤਾਰ ਜੀ ਵੱਲ ਵਿਸਥਾਰਤ ਤਫਸੀਲ ਲੈਣੀ ਹੈ ਆਪਾਂ ਜਿਹੜੀ ਕਮੇਟੀ ਬਣਾਈ ਹੈ। ਜੀ ਬਿਲਕੁਲ ਜੀ, 4 ਮੈਂਬਰੀ ਕਮੇਟੀ ਆ। ਇਹਨਾਂ ਦੇ ਵਿੱਚ ਭੁਪਿੰਦਰ ਸਿੰਘ ਮਾਨ ਆ, ਭਾਰਤੀ ਕਿਸਾਨ ਯੂਨੀਅਨ ਮਾਨ ਦੇ ਲੀਡਰ ਰਹੇ ਆ, ਰਾਜ ਸਭਾ ਮੈਂਬਰ ਵੀ ਰਹੇ ਆ ਜੀ। ਉਸ ਤੋਂ ਬਾਅਦ ਹੈਗੇ ਆ ਪ੍ਰਮੋਦ ਜੋਸ਼ੀ, ਖੇਤੀਬਾੜੀ ਮਾਹਰ ਆ, ਅਸ਼ੋਕ ਗੁਲਾਟੀ ਆ, ਉਹ ਵੀ ਖੇਤੀਬਾੜੀ ਮਾਹਰ ਆ, ਤੇ ਅਨਿਲ ਧਨਵਤ ਆ ਜਿਹੜੇ ਉਹ ਸ਼ੇਤਕਾਰੀ ਸੰਗਠਨ ਆ ਮਹਾਰਾਸ਼ਟਰ ਦੇ, ਉਹਨਾਂ ਦੇ ਨਾਲ ਰਿਲੇਟਡ ਆ ਜੀ। ਇਹਨਾਂ ਦੀ ਜੇ ਆਪਾਂ ਥੋੜੀ ਜਿਹੀ ਪਿਛੋਕੜ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਦੋਨੇ ਖੇਤੀਬਾੜੀ ਮਾਹਰ ਆ ਉਹਨਾਂ ਨੇ ਲੇਖ ਲਿਖੇ ਸੀਗੇ ਜਿਹੜੇ ਕਿ ਹੁਣ ਤੱਕ ਵੀ ਇਸ ਖੇਤੀ ਕਾਨੂੰਨਾਂ ਦੀ ਪ੍ਰੌੜਤਾ ਇਹਨਾਂ ਦੀ ਹਮਾਇਤ ਕਰਦੇ ਆਏ ਆ ਜੀ। ਇੱਥੋਂ ਤੱਕ ਵੀ ਇਹਨਾਂ ਦੇ ਵਿੱਚੋਂ ਇੱਕ ਜਣੇ ਨੇ ਕਿਹਾ ਸੀਗਾ ਵੀ ਜੇ ਇਹ ਖੇਤੀ ਕਾਨੂੰਨ ਰੱਦ ਹੁੰਦੇ ਆ ਜਾਂ ਵਾਪਸ ਹੁੰਦੇ ਆ ਤੇ ਫਿਰ ਕੱਲ ਨੂੰ ਕੋਈ ਹੋਰ ਸੰਗਠਨ ਉੱਠ ਕੇ ਵੀ ਸੈਂਟਰ ਦੇ ਬਣਾਇਓ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਸਕਦਾ ਆ ਜੀ। ਤੇ ਇੱਕ ਨੇ ਤਾਂ ਇੱਥੋਂ ਤੱਕ ਕਿਹਾ ਸੀਗਾ ਵੀ ਠੀਕ ਆ ਕਾਨੂੰਨ ਬਹੁਤ ਵਧੀਆ ਪਰ ਇਹਨਾਂ ਦੇ ਵਿੱਚ ਸੋਧਾਂ ਜ਼ਰੂਰ ਹੋਣ। ਤੇ ਤੀਸਰੇ ਬੰਦੇ ਦੀ ਜੇ ਗੱਲ ਕਰਾਂ ਜਿਹੜੇ ਖੇਤਰੀ ਸੰਗਠਨ ਆ ਮਹਾਰਾਸ਼ਟਰ ਵਾਲੇ ਅਨਿਲ ਧਨਵਤ, ਉਹ ਕਹਿੰਦੇ ਸੀਗੇ ਵੀ ਇਹੋ ਜਿਹੇ ਸੁਧਾਰ ਖੇਤੀਬਾੜੀ 'ਚ ਤਾਂ ਆ ਹੀ ਨਹੀਂ ਸਕਦਾ। ਪਿਛਲੇ 40 ਸਾਲਾਂ ਤੋਂ ਕਿਸਾਨ ਇਸ ਸੁਧਾਰ ਦੀ ਉਡੀਕ ਕਰ ਰਹੇ ਸੀਗੇ ਜੀ। ਉਹਨਾਂ ਦਾ ਕਹਿਣਾ ਇਹ ਆ ਵੀ ਜੇ ਇਹੋ ਜਿਹਾ ਵਿਕਲਪ ਮਿਲ ਗਿਆ ਸੈਂਟਰ ਵੱਲੋਂ, ਕਿਸਾਨਾਂ ਨੂੰ ਖੁੱਲੀ ਮੰਡੀ ਮਿਲ ਗਈ ਆ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ, ਖੇਤੀਬਾੜੀ ਬਹੁਤ ਪ੍ਰਫੁੱਲਤ ਹੋਊਗੀ, ਕਿਸਾਨ ਬਹੁਤ ਜ਼ਿਆਦਾ ਪ੍ਰਫੁੱਲਤ ਹੋਊਗਾ ਜੀ। ਇੱਥੇ ਗੱਲ ਤਾਂ ਇਹ ਨਿਬੜ ਗਈ ਵੀ ਚਾਰੇ ਜਣੇ ਆ ਉਹ ਹੈ ਤਾਂ ਇਹ ਕਾਨੂੰਨਾਂ ਪੱਖੀ ਆ। ਹੁਣ ਜਦੋਂ ਕਮੇਟੀ ਬਣੀ ਆ, ਕਮੇਟੀ ਤਾਂ ਇਹ ਬਣੀ ਆ ਵੀ ਇਸ ਕਾਨੂੰਨ ਦੇ ਵਿੱਚ ਜਿਹੜੀਆਂ ਕੋਈ ਊਣਤਾਈਆਂ ਆ ਜਾਂ ਕੋਈ ਕਮੀ ਪੇਸ਼ੀ ਰਹਿੰਦੀ ਆ ਉਹਦੇ ਪਿਨ ਪੁਆਇੰਟ ਕਰਨਾ, ਪਿਨ ਆਊਟ ਕਰਨਾ, ਦੱਸਣਾ, ਸਿਫਾਰਿਸ਼ ਕਰਨੀ ਵੀ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ। ਤੇ ਉਹ ਆਪਣੀ ਰਾਏ, ਆਪਣੇ ਵਿਚਾਰ, ਆਪਣੇ ਜਿਹੜੇ ਸਾਰੇ ਆਪਸ਼ਨ ਆ ਉਹ ਪਹਿਲਾਂ ਹੀ ਦੱਸ ਚੁੱਕੇ ਆ ਜੀ। ਕੋਈ ਲੇਖਾ ਰਾਹੀਂ ਦੱਸ ਚੁੱਕਾ ਆ। ਕਿਸੇ ਨੇ ਤਾਂ ਭੁਪਿੰਦਰ ਸਿੰਘ ਮਾਨ ਦੇ ਜਿਹੜੇ ਗਰੁੱਪ ਨੇ ਤਾਂ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਖੇਤੀਬਾੜੀ ਮੰਤਰੀ ਨੂੰ ਵਫਦੀ ਤੌਰ ਤੇ ਮਿਲੇ ਵੀ ਸੀਗੇ ਜੀ। ਉੱਥੇ ਉਹਨਾਂ ਨੇ ਮੈਮੋਰੰਡਮ ਵੀ ਦਿੱਤਾ ਸੀਗਾ, ਪਰ ਬਾਅਦ 'ਚ ਗੱਲ ਨਿਕਲ ਕੇ ਇਹ ਆਈ ਆ ਵੀ ਉਸ ਮੈਮੋਰੰਡਮ ਤੇ ਦਸਖਤ ਬੇਸ਼ੱਕ ਭੁਪਿੰਦਰ ਸਿੰਘ ਮਾਨ ਉਹਨਾਂ ਨੇ ਨਹੀਂ ਕੀਤੇ ਸੀਗੇ, ਪਰ ਇਹਨਾਂ ਦੇ ਨਾਲ ਜਿਹੜੇ ਵਫਦ ਵਾਲੇ ਮੈਂਬਰ ਗਏ ਸੀ ਉਹਨਾਂ ਦੇ ਸਾਰੇ ਦਸਖਤ ਵਾਲਾ ਮੈਮੋਰੰਡਮ ਖੇਤੀਬਾੜੀ ਮੰਤਰੀ ਕੋਲ ਪਿਆ ਜੀ। ਭੁਪਿੰਦਰ ਸਿੰਘ ਮਾਨ ਉਹਨਾਂ ਦਾ ਕਹਿਣਾ ਸੀਗਾ ਵੀ ਜ਼ਰੂਰੀ ਸੋਧਾਂ ਇਹਦੇ ਲਈ ਹੋਣਾ ਚਾਹੀਦੀਆਂ ਆ, ਪਰ ਹੈ ਉਹ ਵੀ ਕਾਨੂੰਨ ਪੱਖੀ ਹੀ ਹਨ ਜੀ। ਸੋ ਹੁਣ ਗੱਲ ਉੱਥੇ ਆ ਜਾਂਦੀ ਆ ਵੀ ਇਹ ਤਾਂ ਕਮੇਟੀ ਬਣ ਗਈ, ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਸਾਨੂੰ ਰੋਕ ਨਹੀਂ ਸਕਦੇ ਤਾਂ ਕਮੇਟੀ ਅੱਗੇ ਪੇਸ਼ ਹੋਣਾ ਹੀ ਪਊਗਾ। ਜਿਹਨੇ ਇਹਦਾ ਮਸਲੇ ਦਾ ਹੱਲ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਉਹ ਹੋਣਾ ਪਊਗਾ। ਸ਼ਾਮ ਨੂੰ ਉਸ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਆਪਣੀ ਹੁੰਦੀ ਆ, ਕਾਲੀ 'ਚ ਹੰਗਾਮੀ ਮੀਟਿੰਗ ਕਰਕੇ ਉਹ ਫੈਸਲਾ ਕਰਦੇ ਆ, ਜਦ ਕਿ ਉਹ ਇੱਕ ਦਿਨ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਸੀਗੇ ਵੀ ਸੁਪਰੀਮ ਕੋਰਟ ਦੀ ਕਿਸੇ ਵੀ ਕਮੇਟੀ ਦਾ ਕਿਸਾਨ ਸੰਗਠਨ ਹਿੱਸਾ ਨਹੀਂ ਬਣੇਗਾ। ਅਗਲੇ ਦਿਨ ਫਿਰ ਉਹਨਾਂ ਨੇ ਇਹ ਸਪਸ਼ਟ ਕੀਤਾ ਵੀ ਸੁਪਰੀਮ ਕੋਰਟ ਦਾ ਜਿਹੜਾ ਰੋਕ ਲਾਉਣ ਦਾ ਕੰਮ ਆ ਖੇਤੀਬਾੜੀ ਕਾਨੂੰਨਾਂ ਦੇ ਅਮਲ ਤੇ ਉਹ ਸਵਾਗਤਯੋਗ ਆ, ਸੁਪਰੀਮ ਕੋਰਟ ਦਾ ਦਖਲ ਸਵਾਗਤਯੋਗ ਆ, ਅਸੀਂ ਸਨਮਾਨ ਕਰਦੇ ਆ, ਪਰ ਅਸੀਂ ਉਹ ਕਮੇਟੀ ਚਾਹੁੰਦੇ ਨਹੀਂ ਸੀ, ਨਾ ਹੀ ਅਸੀਂ ਕਿਹਾ ਸੀ, ਨਾ ਹੀ ਸਾਨੂੰ ਲੋੜ ਸੀਗੀ। ਅਸੀਂ ਉਹਦਾ ਹਿੱਸਾ ਨਹੀਂ ਬਣਨਾ ਤੇ ਹੁਣ ਵੀ ਅਸੀਂ ਉਹਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਕਾਰਨ ਉਹਨਾਂ ਨੂੰ ਫੇਰ ਲੱਭ ਪਿਆ ਇੱਕ ਜੀ, ਉਹਨਾਂ ਨੂੰ ਕਾਰਨ ਬਹੁਤ ਵਧੀਆ ਲੱਭ ਪਿਆ
ਵੀ ਜਿਹੜੇ ਇਹ ਮੈਂਬਰ ਬਣਾਏ ਆ ਇਹ ਹੈ ਹੀ ਸਰਕਾਰ ਪੱਖੀ ਆ, ਪਰ ਇੱਥੇ ਕਿਸਾਨਾਂ ਦੀ ਗੱਲ ਵੀ ਆਪਾਂ ਥੋੜੀ ਜਿਹੀ ਕਰਨੀ ਬਣਦੀ ਆ, ਕਿਉਂਕਿ ਜਦੋਂ ਪਰਸੋਂ ਸੁਣਵਾਈ ਹੋਈ ਸੀ ਉਦੋਂ ਤਾਂ ਕਿਸਾਨਾਂ ਦੇ ਵਕੀਲ ਚਲੇ ਗਏ ਸੀਗੇ। ਉਹਨਾਂ 'ਚ ਫੂਲਕਾ ਵੀ ਆ, ਗੋਂਸਾਲਵਿਸ ਆ, ਪ੍ਰਸ਼ਾਂਤ ਭੂਸ਼ਣ ਆ, ਬੜੇ ਚੋਟੀ ਦੇ ਵਕੀਲ ਆ। ਪਰਸੋਂ ਸ਼ਾਮ ਨੂੰ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਦੀ ਅਗਲੇ ਦਿਨ ਦੀ ਲਿਸਟਿੰਗ ਦੇਖੀ ਸੀ ਨਾ, ਉਹਦੇ ਵਿੱਚ ਇਹਨਾਂ ਨੂੰ ਇਹ ਸੀ ਕਿ ਸਿਰਫ ਸੁਪਰੀਮ ਕੋਰਟ ਆਰਡਰ ਪ੍ਰੋਨਾਂਸ ਕਰੂਗਾ, ਉਹਦੇ ਵਿੱਚ ਹੋਰ ਸੁਣਵਾਈ ਨਹੀਂ ਹੋਣੀ। ਇਸ ਕਰਕੇ ਇਹਨਾਂ ਨੇ ਆਪਣੇ ਵਕੀਲਾਂ ਨੂੰ ਕਹਿਤਾ ਵੀ ਤੁਹਾਡੀ ਲੋੜ ਨਹੀਂ ਕੱਲ ਨੂੰ ਜਾਣ ਦੀ। ਦੂਸਰੇ ਦਿਨ ਇਹਨਾਂ ਦੇ ਵਕੀਲ ਗਏ ਨਹੀਂ, ਉੱਥੇ ਉਹਨਾਂ ਨੇ ਪਿਨ ਪੁਆਇੰਟ ਵੀ ਕੀਤਾ, ਸੋਲੀਸਿਟਰ ਜਨਰਲ ਨੇ, ਅਟਾਰਨੀ ਜਨਰਲ ਨੇ, ਸਰਕਾਰ ਦੇ ਨੇ, ਵੀ ਇਹਨਾਂ ਦੇ ਵਕੀਲ ਕੋਈ ਨਹੀਂ ਆਏ। ਚੀਫ ਜਸਟਿਸ ਨੇ ਵੀ ਪੁੱਛਿਆ ਵੀ ਕਿਸਾਨਾਂ ਦੇ ਵਕੀਲ ਕਿੱਥੇ ਆ, ਆਏ ਨਹੀਂ। ਚਲੋ ਭੰਬਲ ਭੂਸਾ ਪੈ ਗਿਆ ਉੱਥੇ ਬਈ ਆਏ ਕਿਉਂ ਨਹੀਂ। ਉਹ ਫਿਰ ਬਾਅਦ 'ਚ ਵਕੀਲਾਂ ਨੇ ਕਲੀਅਰ ਕੀਤਾ ਵੀ ਸਾਡੇ ਕਲਾਇੰਟਾਂ ਨੇ ਕਿਹਾ ਸੀਗਾ ਵੀ ਕੱਲ ਨੂੰ ਤਾਂ ਸਿਰਫ ਪ੍ਰੋਨਾਂਸਮੈਂਟ ਆ ਤੇ ਇਹਦੇ ਵਿੱਚ ਬਹਿਸ ਵਗੈਰਾ ਕੁਝ ਹੋਣੀ ਨਹੀਂ, ਸੁਣਵਾਈ ਹੋਣੀ ਨਹੀਂ, ਜਾਣ ਦੀ ਲੋੜ ਨਹੀਂ। ਹੁਣ ਇਹਦਾ ਦੂਸਰਾ ਪਹਿਲੂ ਲੈਣਾ ਮੈਂ। ਦੇਖੋ ਇਹਨਾਂ ਨੇ ਤਾਂ ਕਹਿਤਾ ਕਮੇਟੀ ਸਾਨੂੰ ਮਨਜ਼ੂਰ ਨਹੀਂ, ਸਿਰੇ ਤੋਂ ਰੱਦ ਕਰਤੀ। ਅੰਦੋਲਨ ਕਿਹਾ ਹਰ ਹਾਲ 'ਚ ਸੰਘਰਸ਼ ਸਾਡਾ ਜਾਰੀ ਰਹੇਗਾ ਜਿੰਨਾ ਚਿਰ ਇਹ ਕਾਨੂੰਨ ਮੁੱਢੋਂ ਰੱਦ ਨਹੀਂ ਹੁੰਦੇ। ਹੁਣ ਗੱਲ ਇਹਨਾਂ ਤੇ ਉੱਠਣ ਲੱਗ ਪਈ ਕਿ ਕੀ ਕਿਸਾਨ ਸਰਕਾਰ ਨੂੰ ਨਹੀਂ ਸੀ ਮੰਨਦੇ ਤੇ ਹੁਣ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦੇ। ਪਰ ਮੈਂ ਇਹਦੇ 'ਚ ਇੱਕ ਟਿੱਪਣੀ ਹੋਰ ਕਰਨੀ ਚਾਹੁੰਦਾ ਕਿ ਮੰਨਣ ਦਾ ਵਾਲੀ ਗੱਲ ਤਾਂ ਸਰਕਾਰ ਦੀ ਵੀ ਹੈ ਨਹੀਂ। ਸਰਕਾਰ ਨੇ ਵੀ ਸੁਪਰੀਮ ਕੋਰਟ ਦੀ ਨਹੀਂ ਮੰਨੀ। ਉਹਦੇ ਪਿੱਛੇ ਕਾਰਨ ਕੀ ਆ? 2 ਸੁਣਵਾਈਆਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬੜਾ ਵਧੀਆ ਤਰੀਕੇ ਨਾਲ ਸਰਕਾਰ ਨੂੰ ਕਿਹਾ ਸੀਗਾ ਕਿ ਕੀ ਆਪਾਂ ਇਹਨਾਂ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾ ਸਕਦੇ ਹਾਂ। ਕੋਈ ਗੌਰ ਨਹੀਂ ਕੀਤਾ ਗਿਆ ਸਰਕਾਰ ਵੱਲੋਂ, ਕੋਈ ਵਿਚਾਰ ਨਹੀਂ ਕੀਤਾ ਗਿਆ। ਕਮੇਟੀ ਬਣਾ ਲੈਂਦੇ ਆਪਣੀ ਤੌਰ ਤੇ ਮਾਹਰਾਂ ਦੀ ਵੀ ਹਾਂ ਵੀ ਜੋ ਸੁਪਰੀਮ ਕੋਰਟ ਨੇ ਕਿਹਾ ਇਹਦੇ ਤੇ ਵਿਚਾਰ ਕੀਤਾ ਜਾਵੇ, ਨਹੀਂ ਕੀਤਾ, ਨਹੀਂ ਮੰਨੀ ਗੱਲ। ਇਸ ਦਿਨ ਤੋਂ ਇੱਕ ਦਿਨ ਪਹਿਲਾਂ ਸੁਣਵਾਈ ਹੋਈ, ਪੂਰੇ ਜ਼ੋਰ ਨਾਲ ਦਬਕਾ ਮਾਰ ਕੇ ਪੰਜਾਬੀ ਭਾਸ਼ਾ 'ਚ, ਜੇ ਮੈਂ ਕਹਾਂ ਦਬਕਾ ਹੀ ਮਾਰਿਆ ਸੀਗਾ ਵੀ ਤੁਸੀਂ ਇਹਨੂੰ ਰੋਕ ਲਾਉਨੇ ਆ ਕਿ ਅਸੀਂ ਲਾਈਏ। ਇਹ ਵੀ ਗੱਲ ਸਰਕਾਰ ਤੇ ਸਿੱਟਤੀ ਸੀਗੀ। ਸਰਕਾਰ ਫਿਰ 24 ਘੰਟੇ ਲੰਘੇ ਫੇਰ ਨਹੀਂ ਮੰਨੀ। ਹੁਣ ਦੇਖੋ ਸੁਪਰੀਮ ਕੋਰਟ ਦੀ ਗੱਲ ਜੇ ਆਪਾਂ ਕਹਿੰਦੇ ਵੀ ਕਿਸਾਨ ਨਹੀਂ ਮੰਨਦੇ ਤੇ ਫਿਰ ਉਹ ਰੌਲਾ ਪੈਂਦਾ ਤੇ ਸਰਕਾਰ ਵੀ ਨਹੀਂ ਮੰਨਦੀ। ਹਾਲਾਂਕਿ ਪਹਿਲੇ ਦਿਨ ਦਬਕਾ ਤਾਂ ਸਰਕਾਰ ਨੂੰ ਹੀ ਮਾਰਿਆ ਸੀ ਨਾ ਸੁਪਰੀਮ ਕੋਰਟ ਨੇ ਵੀ ਇਹਨੂੰ ਤੁਸੀਂ ਰੋਕ ਲਾਉਨੇ ਜਾਂ ਅਸੀਂ ਲਾਈਏ। ਤੇ ਇਹਨਾਂ ਤੋਂ ਪਹਿਲਾਂ ਪੁੱਛਿਆ ਵੀ ਸੀਗਾ ਵੀ ਕਿਉਂ ਨਾ ਇਹ ਤੇ ਰੋਕ ਲਾਤੀ ਜਾਵੇ। ਉਹਦੇ ਪਿੱਛੇ ਵੀ ਤਰਕ ਸੀ ਉਹਨਾਂ ਦਾ ਵੀ ਜੇ ਰੋਕ ਲਾ ਦੇਵਾਂਗੇ ਤਾਂ ਹੋ ਸਕਦਾ ਕਿਸਾਨ ਜਿਹੜੇ ਹੋਰ ਖੁੱਲੇ ਮਨ ਨਾਲ ਤੁਹਾਡੇ ਨਾਲ ਗੱਲ ਕਰ ਸਕਣ। ਉਹਨਾਂ ਨੂੰ ਇਹ ਤਾਂ ਲੱਗੇ ਨਾ ਵੀ ਇਹਦੇ ਕਾਨੂੰਨ ਦੇ ਅਮਲ ਤੇ ਰੋਕ ਲੱਗ ਗਈ ਆ, ਸਾਡਾ ਇੱਕ ਪੁਆਇੰਟ ਦਾ ਮਸਲਾ ਨੇੜੇ ਤੇੜੇ ਹੱਲ ਹੁੰਦਾ ਦਿਸਦਾ ਆ, ਅਸੀਂ ਹੁਣ ਇਹਨੂੰ ਹੋਰ ਹੱਲ ਕਰਾਉਣ 'ਚ ਲੱਗੀਏ। ਸੁਪਰੀਮ ਕੋਰਟ ਦੀ ਗੱਲ ਬਹੁਤ ਸੋਹਣੀ ਸੀਗੀ ਤੇ ਇਹ ਜੇ ਤੁਸੀਂ ਰੋਕ ਲਾ ਦੋਗੇ ਤਾਂ ਉਹਨਾਂ ਦਾ ਮਾਈਂਡ ਸੈਟ ਕਿਤੇ ਬਹਿ ਜਾਊਗਾ ਵੀ ਹਾਂ ਵੀ ਇਹ ਹੁਣ ਕਾਨੂੰਨ ਲਾਗੂ ਨਹੀਂ ਹੈਗਾ ਤੇ ਇਹਦੇ ਮੁਤਾਬਕ ਅਸੀਂ ਹੋਰ ਗੱਲ ਕਰੀਏ। ਪਰ ਤੁਸੀਂ ਰੋਕ ਲਾਉਂਦੇ ਨਹੀਂ, ਗੱਲਬਾਤ ਲਈ ਸੱਦ ਲੈਂਦੇ ਆ, ਉਹੀ ਕੁਛ ਨਹੀਂ ਹੁੰਦਾ, ਅੱਗੇ ਪਿੱਛੇ ਖਾਣਾ ਪੀਣਾ ਖਾ ਕੇ ਚਲੋ ਬਾਹਰ। ਤਾਂ ਫਿਰ ਇੱਥੇ ਗੱਲ ਇਹ ਵੀ ਆ ਗਈ ਨਾ ਵੀ ਸਰਕਾਰ ਵੀ ਨਹੀਂ ਮੰਨੀ। ਫਿਰ ਸੁਪਰੀਮ ਕੋਰਟ ਨੂੰ ਫੇਰ ਵੀ ਨਹੀਂ ਸਰਕਾਰ ਮੰਨੀ ਤਾਂ ਆਪਣੇ ਤੌਰ ਤੇ ਹੀ ਲਾਉਣਾ ਪਿਆ। ਇੱਥੇ ਕਈਆਂ ਦੇ ਵਿਚਾਰ ਇਹ ਵੀ ਸੁਣਨ ਨੂੰ ਮਿਲੇ ਆ ਵੀ ਜੇ ਤੁਸੀਂ ਆਪਣੇ ਤੌਰ ਤੇ ਹੁਣ ਰੋਕ ਲਾਉਣੀ ਸੀਗੀ ਤੇ 4 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਵਿੱਚ 2.5-3 ਮਹੀਨੇ ਪ੍ਰਦਰਸ਼ਨ ਧਰਨੇ ਚੱਲਦੇ ਰਹੇ, ਭਾਜਪਾ ਆਗੂਆਂ ਦੇ ਘਰਾਓ ਹੁੰਦੇ ਰਹੇ, ਰੋਜ਼ਾਨਾ ਕੁਛ ਨਾ ਕੁਛ ਗੜਬੜ ਹੋਣ ਦੀ ਚਾਂਸ ਬਣਦੇ ਰਹੇ, ਸੁਪਰੀਮ ਕੋਰਟ ਉਦੋਂ ਵੀ ਲਾ ਸਕਦੀ ਸੀਗੀ। ਇਹ ਬਹੁਤ ਦੇਰ ਕਰ ਦਿੱਤੀ। ਪਰ ਸੁਪਰੀਮ ਕੋਰਟ ਦਾ ਸੀਗਾ ਵੀ ਇਹ ਜਿਹੜਾ ਸੰਸਦ ਦਾ ਮਾਮਲਾ ਆ, ਸਿਆਸਤ ਦਾ ਮਾਮਲਾ ਆ, ਕਾਨੂੰਨ ਦਾ ਮਾਮਲਾ ਆ, ਸਰਕਾਰ ਦੇ ਕੋਲ ਆ, ਸਰਕਾਰ ਹੀ ਕਰੇ ਤਾਂ ਬਿਹਤਰ ਆ। ਕਿਉਂਕਿ ਉਹਨਾਂ ਨੇ ਨਾਲ ਇੱਕ ਲਾਈਨ ਜ਼ਰੂਰ ਪਾਈ ਆ ਕੱਲ ਦੇ ਫੈਸਲੇ ਦੇ ਵਿੱਚ, ਇਹ ਸਾਡਾ ਅਸਾਧਾਰਨ ਫੈਸਲਾ ਹੈ। ਇਹ ਸਾਡਾ ਬਹੁਤ ਹੀ ਅਸਾਧਾਰਨ ਫੈਸਲਾ ਹੈ। ਇਦਾਂ ਦੇ ਕਦੇ ਫੈਸਲੇ ਸਾਡੇ ਹੋਏ ਨਹੀਂ। ਅੰਬਲ ਕੀ ਤਾਂ ਪਹਿਲੇ ਸੱਟੇ ਹੀ ਕਹਿ ਦਿੰਦੇ ਵੀ ਰੋਕ ਸਿੱਧੀ, ਕਿਉਂਕਿ ਸੁਪਰੀਮ ਕੋਰਟ ਤਾਂ ਸੁਪਰੀਮ ਹੋਈ ਨਾ ਵੀ ਉਹ ਤਾਂ ਜਿਹਨੂੰ ਮਰਜ਼ੀ ਕੁਝ ਵੀ ਕਰ ਸਕਦੀ ਆ। ਇਸ ਦੇ ਬਾਵਜੂਦ ਵੀ ਇਹਨਾਂ ਨੇ ਪੁੱਛ ਕੇ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਵੰਗਾਰ ਕੇ ਉਹਨਾਂ ਨੂੰ ਦਬਕਾ ਮਾਰ ਕੇ ਕਰਾਇਆ, ਉਹ ਲਾਉਣਾ ਪਿਆ ਇਹਨਾਂ ਨੂੰ ਜਿਹੜਾ ਰੋਕ ਆ। ਸਰਕਾਰ ਵੀ ਇਸ ਤੋਂ ਇਨਕਾਰੀ ਰਹੀ ਆ। ਹੁਣ ਬੇਸ਼ੱਕ ਸਰਕਾਰ ਜੋ ਮਰਜ਼ੀ ਪ੍ਰਚਾਰ ਕਰੇ ਵੀ ਦੇਖੋ ਜੀ ਸਾਨੂੰ ਤਾਂ ਨਹੀਂ ਸੀ ਕਿਸਾਨ ਮੰਨਦੇ, ਹੁਣ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦੇ, ਤੇ ਫਿਰ ਕਿਸਾਨਾਂ ਦੀ ਜਿੱਦ ਫੜੀ ਹੋਈ ਆ। ਪਰ ਜਿੱਦ ਤਾਂ ਅੜੀਅਲ ਇਹਨਾਂ ਦੀ ਆ। ਫਿਰ ਅਗਲੀ ਗੱਲ ਇੱਕ ਹੋਰ ਆਉਂਦੀ ਆ, ਅੱਜ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਜੇ ਤੁਸੀਂ ਕਾਨੂੰਨ ਵਾਪਸ ਲੈ ਲੈਣੇ ਆ ਤਾਂ ਤੁਹਾਨੂੰ ਨੁਕਸਾਨ ਕੀ ਹੋਊਗਾ। ਕਿਸਾਨ ਤਾਂ ਪਹਿਲੇ 6 ਮਹੀਨਿਆਂ ਤੋਂ ਹੀ ਰੌਲਾ ਪਾਉਂਦੇ ਵੀ ਸਾਨੂੰ ਆਹ ਨੁਕਸਾਨ ਆ, ਆਹ ਨੁਕਸਾਨ ਆ, ਜ਼ਮੀਨ ਖੁੱਸ ਜਾਣੀ ਆ, ਕੰਟਰੈਕਟ ਫਾਰਮਿੰਗ 'ਚ ਮੰਡੀਆਂ ਚੱਲ ਜਾਣੀਆਂ, ਸਾਨੂੰ MSP ਨਹੀਂ ਮਿਲਣੀ, ਸਾਰੇ ਨੁਕਸਾਨ ਗਿਣਾਤੇ ਆ। ਕਿਸੇ ਸਰਕਾਰ ਦੇ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਪ੍ਰਧਾਨ ਮੰਤਰੀ ਨੇ ਅੱਜ ਤੱਕ ਇੱਕ ਵੀ ਨੁਕਸਾਨ ਗਿਣਾਇਆ ਬਈ ਅਸੀਂ ਜੇ ਕਾਨੂੰਨ ਵਾਪਸ ਲੈ ਲੈਣੇ ਆ ਤੇ ਸਾਨੂੰ ਨੁਕਸਾਨ ਆ ਹੋਣਾ ਆ? ਕਿਤੇ ਨਹੀਂ ਉਹਨਾਂ ਨੇ ਗਿਣਾਇਆ। ਤੇ
ਇਹ ਨਹੀਂ ਗਿਣਾ ਸਕਦੇ ਮੰਨ ਲਓ ਰਾਜਨੀਤਿਕ ਨੁਕਸਾਨ ਦੱਸ ਦੇਣ ਵੀ ਹਾਂ ਵੀ ਸਾਡੀ ਪਾਰਟੀ ਡੁੱਬ ਜਾਊਗੀ ਜੇ ਅਸੀਂ ਵਾਪਸ ਲੈਣੇ ਸਾਡੇ ਤੇ ਸਿਰਫ ਇਹੀ ਚਾਹੁੰਦੇ, ਇਹ ਕਹਿੰਦੇ ਰਹੇ ਵੀ ਜੇ ਤੁਸੀਂ ਵਾਪਸ ਕਰਾ ਲਏ ਤੇ ਬਾਕੀ ਵੀ ਕਰਾ ਲੈਣਗੇ। ਇਹ ਤਾਂ ਕੋਈ ਗੱਲ ਦਲੀਲ ਨਹੀਂ ਨਾ ਬਣਦੀ। ਨਹੀਂ ਡੁੱਬਣ ਵਾਲੀ ਗੱਲ ਅਵਤਾਰ ਜੀ ਮੈਨੂੰ ਚੁੱਭ ਰਹੀ ਹੈ, ਕਿਉਂਕਿ ਜੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਦਿੰਦੀ ਹੈ ਸਰਕਾਰ ਤੇ ਮੈਨੂੰ ਲੱਗਦਾ ਹੈ ਕਿ ਲੋਕ ਖੁਸ਼ੀ ਨਾਲ ਉਹਨੂੰ ਵੋਟਾਂ ਪਾਉਣਗੇ। ਉਹੀ ਮੈਂ ਕਹਿ ਰਿਹਾ ਨਾ ਵੀ ਉਹ ਦੱਸਣ ਤਾਂ ਸਹੀ ਕੋਈ ਨੁਕਸਾਨ ਵੀ ਹਾਂ ਵੀ ਅਸੀਂ ਇਹ ਜੇ ਵਾਪਸ ਲੈ ਲਿਆ ਤਾਂ ਸਾਡੀ ਪਾਰਟੀ ਨੂੰ ਆਹ ਨੁਕਸਾਨ ਹੋ ਜਾਊਗਾ, ਸਿਆਸੀ ਤੌਰ ਤੇ ਅਸੀਂ ਮਰ ਜਾਵਾਂਗੇ ਜਾਂ ਸਿਆਸਤ ਸਾਡੀ ਜਾਂਦੀ ਲੱਗੂਗੀ, ਕੁਛ ਤਾਂ ਦੱਸਣ। ਕੋਈ ਨੁਕਸਾਨ ਹਾਲੇ ਤੱਕ ਗਣਾਉਣ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਆ। ਇਹ ਗੱਲ ਕਿਸਾਨ ਆਗੂ ਵੀ ਕਹਿ ਰਹੇ ਆ ਵੀ ਅਸੀਂ ਤਾਂ ਰੋ ਪਿੱਟ ਕੇ ਤੁਹਾਨੂੰ ਰੌਲਾ ਪਾ ਕੇ ਦੱਸ ਰਹੇ ਆ ਵੀ ਸਾਡਾ ਤਾਂ ਨੁਕਸਾਨ ਹੋ ਰਿਹਾ, ਤੁਸੀਂ ਫਿਰ ਉਹ ਕਲੌਜ਼ ਲੈ ਕੇ ਬਹਿ ਜਾਂਦੇ ਵੀ ਤੁਸੀਂ ਕਲੌਜ਼ ਦੱਸੋ। ਹੁਣ ਤੁਹਾਨੂੰ ਕੱਲੀ ਕਲੌਜ਼ ਤਾਂ ਜਿਹੜੇ ਮੋਢਲੇ ਬੰਦੇ ਆਗੂ ਆ ਉਹ ਜਾ ਕੇ ਅੰਦਰ ਮੰਤਰੀਆਂ ਕੋਲ ਦੱਸੇ ਆਉਂਦੇ ਆ, ਫਿਰ ਵੀ ਜਿਹੜੇ ਭਾਜਪਾ ਦੇ ਛੋਟੇ ਲੈਵਲ ਦੇ ਆਗੂ ਫਿਰ ਪੁੱਛੀ ਜਾਂਦੇ ਕਲੌਜ਼ ਦੱਸੋ। ਉਹ ਇਦਾਂ ਲੱਗਦਾ ਤਾਂ ਕਲੌਜ਼ ਉਹ ਆਪ ਬਣਾ ਕੇ ਲਿਆਏ ਹੁੰਦੇ ਆ ਵੀ ਪਤਾ ਤਾਂ ਤੁਹਾਨੂੰ ਵੀ ਹੈ ਨਹੀਂ ਕਲੌਜ਼ ਕਿਹੜੀ ਆ, ਤਾਂ ਕਿਸਾਨਾਂ ਨੂੰ ਕਿਉਂ ਪੁੱਛੀ ਜਾਂਦੇ ਆ ਨਾ। ਤੇ ਉਹਦੇ ਕਰਕੇ ਆ ਵੀ ਜੇ ਨੁਕਸਾਨ ਇਹਨਾਂ ਦਾ ਕੁਝ ਨਹੀਂ ਹੁੰਦਾ, ਜੇ ਇਹਨਾਂ ਕੋਲ ਦੱਸਣ ਨੂੰ ਹੈ ਨਹੀਂ ਕੁਛ, ਤੇ ਇਹਦੇ ਵਿੱਚ ਕਾਨੂੰਨ ਵਾਪਸ ਲੈਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੈਗਾ ਜੀ। ਤੇ ਸ਼ਰਮਾ ਜੀ ਤੁਹਾਡੇ ਵੱਲ ਆਈਏ ਤੇ ਬਸੰਤੀ, ਆਪਾਂ ਜਿਹਨੂੰ ਜਾਣਦੇ ਆ ਬਸੰਤੀ ਦੇ ਨਾਂ ਤੋਂ, ਭਾਜਪਾ ਦੀ ਇੱਕ ਆਗੂ ਹੈ ਹੀਮਾ ਮਾਲਿਨੀ, ਉਹਦਾ ਇੱਕ ਬਿਆਨ ਚਰਚਾ ਦੇ ਵਿੱਚ ਹੈ ਕਿ ਕਿਸਾਨ ਜਿਹੜੇ ਉੱਥੇ ਬੈਠੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿਸ ਵਾਸਤੇ ਬੈਠੇ ਹਾਂ, ਮਤਲਬ ਕੀ ਸੁਧਾਰ ਚਾਹੀਦਾ ਤੇ ਕੀ ਚੰਗਾ ਕੀ ਮਾੜਾ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਤਾਂ। ਇਹ ਬੜੀ ਹਾਸੋਹੀਣੀ ਗੱਲ ਆ। ਪਹਿਲਾਂ ਵੀ ਇਸ ਵਿਸ਼ੇ ਤੇ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਵੱਖਰੇ ਤੌਰ ਤੋਂ ਅਲੱਗ-ਅਲੱਗ ਥਾਂ ਤੋਂ ਅਲੱਗ-ਅਲੱਗ ਲੀਡਰਾਂ ਨੇ ਇਹੋ ਜਿਹੇ ਬਿਆਨ ਦਿੱਤੇ ਆ ਜਿਹੜੇ ਹਮੇਸ਼ਾ ਇਸ ਅੰਦੋਲਨ ਦੇ ਵਿਰੋਧ 'ਚ ਨੇ। ਉਹਨਾਂ ਦੀ ਸਿਆਸੀ ਮਜਬੂਰੀ ਆ ਕਿ ਉਹਨਾਂ ਨੇ ਆਪਣੀ ਪਾਰਟੀ ਦੀ ਲਾਈਨ ਦੇ ਉੱਤੇ ਗੱਲ ਕਰਨੀ ਹੈ, ਪਰ ਇਹ ਲੋਕ ਜਦੋਂ ਇਸ ਬਿਆਨ ਨੂੰ ਪੜ੍ਹਨਗੇ ਤੇ ਉਹ ਇਹਨਾਂ ਲੀਡਰਾਂ ਦੇ ਉੱਤੇ ਥੋੜਾ ਜਿਹਾ ਹੱਸਦੇ ਵੀ ਨੇ ਤੇ ਥੋੜਾ ਜਿਹਾ ਤਲਖ ਮਿਜਾਜੀ ਵੀ ਪੇਸ਼ ਕਰਦੇ ਨੇ ਕਿ ਜਦੋਂ ਇੱਕ ਐਕਟਰਸ ਆ ਉਹ ਕਾਫੀ ਲੰਬੇ ਸਮੇਂ ਤੋਂ, ਉਸ ਤੋਂ ਪਹਿਲਾਂ ਉਹ ਨ੍ਰਿਤਕਾ ਰਹੀ ਆ, ਬਹੁਤ ਅੱਛਾ ਡਾਂਸ ਕਰਦੇ ਆ ਉਹ ਇਹ ਕਹਿ ਰਹੀ ਆ ਕਿ ਕਿਸਾਨਾਂ ਨੂੰ ਕਿਸਾਨੀ ਬਾਰੇ ਨਹੀਂ ਪਤਾ, ਤੇ ਫਿਰ ਕਿਹਨੂੰ ਪਤਾ। ਜਿੱਦਾਂ ਸ਼ੇਰਗਿੱਲ ਸਾਹਿਬ ਹੁਣੀ ਦੱਸ ਰਹੇ ਸੀਗੇ ਕਿ ਸਰਕਾਰ ਇਹਨਾਂ ਸਾਰੇ ਕਾਨੂੰਨਾਂ ਨੂੰ ਨਾ ਲਾਗੂ ਕਰਨ ਦਾ ਇੱਕ ਵੀ ਨੁਕਸਾਨ ਨਹੀਂ ਦੱਸ ਸਕੀ ਤੇ ਹੁਣ ਹੀਮਾ ਮਾਲਿਨੀ ਜੀ ਕੀ ਦੱਸਣਗੇ ਕਿ ਇਹਨਾਂ ਕਾਨੂੰਨਾਂ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ। ਇਹ ਸਿਰਫ ਔਰ ਸਿਰਫ ਉਹਨਾਂ ਦੀ ਸਿਆਸੀ ਮਜਬੂਰੀ ਆ ਜਿਹੜਾ ਉਹ ਆਪਣੀ ਲਾਈਨ ਦੇ ਉੱਤੇ ਕਾਇਮ ਨੇ ਕਿ ਜੋ ਉਹਨਾਂ ਦੇ ਸਿਆਸੀ ਆਕਾ, ਜੋ ਉਹਨਾਂ ਦੇ ਬੌਸ ਕਹਿ ਰਹੇ ਨੇ, ਜੋ ਹੈੱਡਕੁਆਟਰ ਕਹਿ ਰਿਹਾ, ਜੋ ਪਾਰਟੀ ਦੀ ਹਾਈ ਕਮਾਂਡ ਕਹਿ ਰਹੀ, ਜੋ ਕੈਬਨਿਟ ਨੇ ਕੀਤਾ ਉਹ ਠੀਕ ਆ, ਤੇ ਜੋ ਕਿਸਾਨ ਕਹਿ ਰਹੇ ਨੇ ਜਾਂ ਕਿਸਾਨ ਦੱਸ ਰਹੇ ਨੇ ਉਹ ਗਲਤ ਆ। ਹਰ ਭਾਸ਼ਾ 'ਚ ਕਿਸਾਨ ਇਸ ਗੱਲ ਨੂੰ ਮੀਡੀਆ ਦੇ ਅੱਗੇ ਰੱਖ ਚੁੱਕੇ ਆ, ਉਹਨਾਂ ਨੂੰ ਸਮਝਾ ਚੁੱਕੇ ਆ, ਲਿਖ ਕੇ ਦੱਸ ਚੁੱਕੇ ਆ ਆਪਣੀ ਗੱਲ, ਕੱਲੀ ਕਲੌਜ਼ ਬਾਈ ਕਲੌਜ਼ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਦੱਸ ਚੁੱਕੇ ਨੇ। ਪਰ ਇਹ ਜਿਹੜੇ ਬੀਜੇਪੀ ਦੇ ਲੀਡਰ ਨੇ ਇਹਨਾਂ ਦੀ ਸਿਰਫ ਔਰ ਸਿਰਫ ਇੱਕ ਬਦਮਿਜ਼ਾਜੀ ਆ ਕਿ ਉਸ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੇ ਤੇ ਦੂਜੇ ਪਾਸੇ ਨੂੰ ਲੈ ਕੇ ਜਾ ਰਹੇ ਨੇ ਜੀ। ਤੇ ਇਸ ਵੇਲੇ ਅਸੀਂ ਦੂਜੇ ਪਾਸੇ ਆਈਏ ਪੰਜਾਬ ਵੱਲ, ਤੇ ਪੰਜਾਬ ਦੇ ਇੱਕ ਮੰਤਰੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਕਿ ਮੈਨੂੰ ਸੁਰੱਖਿਆ ਹੋਰ ਚਾਹੀਦੀ ਹੈ, ਤੇ ਸੁਰੱਖਿਆ ਘੇਰਾ ਕੀ ਹੈ ਤੇ ਕਿਉਂ ਜ਼ਿਆਦਾ ਮੰਗ ਰਹੇ ਨੇ, ਇਹਦੇ ਬਾਰੇ ਵਿਚਾਰ ਕਰਾਂਗੇ। ਪਰ ਇਸ ਵੇਲੇ ਵਿਚਾਰ ਚਰਚਾ 'ਚ ਅੰਤਰਾਲ ਤੋਂ ਬਾਅਦ ਮਿਲਦੇ ਹਾਂ। ਅੰਤਰਾਲ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਅਵਤਾਰ ਜੀ ਵੱਲ ਆਉਂਦੇ ਹਾਂ। ਤਫਸੀਲ ਦੀ ਗੱਲ ਕੀਤੀ ਸੀ, ਸੁਰੱਖਿਆ ਛਤਰੀ ਵਧਾਉਣ ਦੀ ਗੱਲ ਕੀਤੀ ਹੈ ਤੀਕਸ਼ਣ ਸੂਦ ਨੇ, ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਗਈ ਹੈ ਤੇ ਅੱਗੋਂ ਜਵਾਬ ਕੀ ਆਇਆ ਹੈ? ਅਵਤਾਰ ਜੀ ਤੁਸੀਂ ਦੱਸੋ। ਗੱਲ ਕੁਛ ਨਹੀਂ ਹੈਗੀ ਆ, ਜਦੋਂ ਇਹੋ ਜਿਹੇ ਮੂੰਹ ਫੱਟ ਲੋਕ ਬੋਲਣ ਲੱਗ ਪੈਂਦੇ ਆ ਫਿਰ ਇਹਨਾਂ ਨੂੰ ਆਪ ਦਾ ਹੀ ਡਰ ਸਤਾਉਣ ਲੱਗ ਪੈਂਦਾ ਆ। ਹੋਰ ਸਿਕਿਉਰਿਟੀ ਵਾਲੀ ਗੱਲ ਕੋਈ ਨਹੀਂ, ਪਹਿਲਾਂ ਹੀ ਉਹਦੇ ਕੋਲ 3-4 PSO ਹੈਗੇ ਆ, 4-5 ਪੁਲਿਸ ਵਾਲੇ ਉਹਦੇ ਘਰ ਤਾਇਨਾਤ ਹੈਗੇ ਆ, ਫਿਰ ਵੀ ਅਗਲੇ ਜਿਹੜੇ ਰੋਸ ਪ੍ਰਗਟਾਉਣ ਵਾਲੇ ਘਰ ਗੋਹਾ ਸਿੱਟ ਜਾਂਦੇ ਆ, ਇਹਨਾਂ ਨੂੰ ਕੁਛ ਨਹੀਂ ਕਹਿੰਦੇ। ਉਹ ਜਾਣਬੁੱਝ ਕੇ ਸੁਰੱਖਿਆ ਲੈਣ ਦੇ ਮਾਰੇ ਹਾਈ ਕੋਰਟ ਤੱਕ ਪਹੁੰਚ ਗਏ ਆ ਕਿ ਮੇਰੀ ਤੇ ਮੇਰੇ ਪਰਿਵਾਰ ਨੂੰ ਜਾਨ ਦਾ ਖਤਰਾ ਆ। ਜੇ ਇਹੋ ਜਿਹੀ ਗੱਲ ਆ ਤੇ ਉੱਥੇ ਲੱਖਾਂ ਲੋਕ ਬੈਠੇ ਆ, ਤੁਹਾਡੇ ਵੱਡੇ ਮੰਤਰੀਆਂ ਕੋਲ ਜਾ ਕੇ ਕਿਸਾਨ ਮਿਲ ਕੇ ਆਉਂਦੇ ਆ, ਉਹਨਾਂ ਨਾਲ ਗੱਲਬਾਤ ਕਰਕੇ ਆਉਂਦੇ ਆ, ਤੁਸੀਂ ਵੀ ਵਿੱਚ ਵਿਚਰਦੇ ਆ, ਕਿਸੇ ਨੂੰ ਕੁਝ ਨਹੀਂ ਕਿਹਾ। ਜੇ ਤੁਸੀਂ ਆਪ ਬੋਲਣੋਂ ਹਟਦੇ ਨਹੀਂ, ਉਹਨਾਂ ਨੂੰ ਭੜਕਾਉਂਦੇ ਆ, ਉਕਸਾਉਣ ਦੀ ਗੱਲਾਂ ਕਰਦੇ ਆ, ਬੇਤੁਕਾ ਗੱਲਬਾਤ ਜਿਹੜੀ ਆ ਉਹ ਇਹਨਾਂ ਦੇ ਆਪਣੇ ਉੱਤੇ ਹੀ ਮੰਡਰਾਉਣ ਲੱਗ ਪੈਂਦੀ ਆ। ਸੋ ਇਹਨਾਂ ਨੇ ਹੁਣ ਦੇਖਿਆ ਵੀ ਇਦਾਂ ਗੱਲ ਨਹੀਂ ਬਣਦੀ, ਹੋ ਸਕਦਾ ਪੰਜਾਬ ਸਰਕਾਰ ਹੀ ਕਰਾ ਰਹੀ ਹੋਵੇ, ਕਿਉਂਕਿ ਦੋਸ਼ ਤਾਂ ਪੰਜਾਬ ਸਰਕਾਰ ਤੇ ਹੀ ਲੱਗਣਾ। ਜਦ ਐਡੀ ਸੁਰੱਖਿਆ ਪਹਿਲਾਂ ਹੀ ਮਿਲੀ ਹੋਈ ਆ ਬਿਨਾਂ ਮਤਲਬ ਤੋਂ ਹਾਰੇ ਹੋਏ MLA ਨੂੰ, ਤੇ ਉਦੋਂ ਬਾਅਦ ਸੁਰੱਖਿਆ ਹੋਰ ਕੀ ਹੋ ਸਕਦੀ ਆ। ਤੇ ਖੈਰ ਹੁਣ ਹਾਈ ਕੋਰਟ 'ਚ ਪਟੀਸ਼ਨ ਪਾਈ ਆ, ਉਹਨਾਂ ਨੇ ਜਵਾਬ ਤਲਬੀ ਕੀਤੀ ਆ DGP ਤੋਂ ਤੇ ਪੰਜਾਬ ਸਰਕਾਰ ਤੋਂ, ਈਵਨ ਕੇਂਦਰ ਤੋਂ ਵੀ ਜਵਾਬ ਮੰਗਿਆ ਵੀ ਇਹਦੇ ਬਾਰੇ ਕੀ ਕੀਤਾ ਜਾਵੇ। ਪਰ ਨਾਲ ਸਰਕਾਰ ਦਾ ਵੀ ਇਹ ਕਹਿਣਾ ਸੀਗਾ ਵੀ ਜਿੰਨੀ ਕੁ ਇਹਨਾਂ ਨੂੰ ਲੋੜ ਆ ਉਹਦੇ ਮੁਤਾਬਕ ਇਹਨਾਂ ਕੋਲ ਸੁਰੱਖਿਆ ਹੈਗੀ ਆ, ਫਿਰ ਵੀ ਇਹਦਾ ਰਿਵਿਊ ਕਰਾਂਗੇ, ਜੇ ਲੋੜ ਪਈ ਤਾਂ ਫਿਰ ਜਿਹੜੀ ਅਗਲੀ ਕਾਰਵਾਈ ਉਹ ਸਾਡੇ ਆਪੇ ਅਸੀਂ ਕਰ ਲਾਂਗੇ। ਇਹ ਉਹਨਾਂ ਨੇ ਜਵਾਬਦਾਰੀ ਕਰਤਾ ਜੀ। ਤੇ ਅਮਰਿਤ ਜੀ ਤੁਹਾਡੇ ਵੱਲ ਆਉਂਦੇ ਆ, ਤੇ ਆਪਾਂ ਪੰਜਾਬ ਦੀ ਗੱਲ ਤਾਂ ਕਰ ਲਈ, ਗੁਆਂਢੀ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ। ਅੱਛਾ ਜੀ। ਇਹ ਮਿਲਣ ਮਿਲਾਉਣ ਦਾ ਚੱਕਰ ਕੇਸ ਬਾਬਤ ਸੀ ਜਾਂ ਕਿਉਂ ਉਹਨਾਂ ਨੂੰ ਮਿਲਣਾ ਪਿਆ, ਜਾਂ ਕੀ ਉਹ ਹੱਲ ਚਾਹੁੰਦੇ ਆ, ਕੀ ਚਾਹੁੰਦੇ ਸੀ ਉਹ, ਕਿਸ ਕਰਕੇ ਮਿਲੇ? ਇਹ ਬਿਲਕੁਲ ਜੁੜਿਆ ਹੋਇਆ ਸਵਾਲ ਹੈ। ਜਿੱਦਾਂ ਸ਼ੇਰਗਿੱਲ ਜੀ ਨੇ ਦੱਸਿਆ ਕਿ
ਹਾਰੇ ਹੋਏ ਐਮਐਲਏ ਜਾਂ ਕੁਝ ਸਾਡੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਆ ਤੇ ਹਰਿਆਣੇ ਵਾਲਿਆਂ ਨੂੰ ਹੁਣ ਇਦਾਂ ਲੱਗਦਾ ਕਿ ਸਰਕਾਰ ਜਿਹੜੀ ਆ ਉਹਨੂੰ ਨਾ ਖਿਸਕ ਜਾਵੇ ਤੇ ਉਹ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਆ ਕਿ ਕਿਸਾਨਾਂ ਦਾ ਜਿਹੜਾ ਦਬਾਅ ਆ ਉਹ ਕੱਲਾ ਸੈਂਟਰ ਸਰਕਾਰ ਤੇ ਹੀ ਨਹੀਂ ਹੈਗਾ, ਲੋਕਲ ਐਮਐਲਏਜ਼ ਤੇ ਵੀ ਵਾਧਾ ਪਿਆ। ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹਨਾਂ ਨੇ ਹਰਿਆਣੇ ਦੇ ਵਿੱਚ ਤੇ ਬਹੁਤ ਸਾਰਾ ਦਬਾਅ ਕਿਸਾਨਾਂ ਨੇ ਬਣਾਇਆ ਹੋਇਆ, ਸਾਰੇ ਹੀ ਐਮਪੀਜ਼ ਦੇ ਉੱਤੇ, ਵੱਖਰੇ ਵੱਖਰੇ ਐਮਐਲਏਜ਼ ਦੇ ਉੱਤੇ ਵੀ ਹੈ। ਤੇ ਹਰਿਆਣਾ ਦੀ ਜਿਹੜੀ ਸਰਕਾਰ ਆ ਉਹ ਜੇਜੇਪੀ ਜਿਹੜੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਆ ਉਹਦੇ ਨਾਲ ਮਿਲ ਕੇ ਬਣੀ ਹੋਈ ਆ ਤੇ ਉਹਦੇ ਸਬੰਧ 'ਚ ਹੀ ਮਿਲਣ ਲਈ ਗਏ ਸੀਗੇ ਕਿ ਜਿਹੜੀ ਸਰਕਾਰ ਆ ਉਹਦੇ 'ਚ ਜਦੋਂ ਐਮਐਲਏਜ਼ ਵਾਪਸ ਹੋਣਗੇ ਤੇ ਫਿਰ ਪ੍ਰੋਬਲਮ ਨਾ ਆਵੇ, ਨੰਬਰਸ ਜਿਹੜੀ ਗੇਮ ਆ ਉਹ ਬਦਲਦੀ ਪਈ ਆ। ਪਰ ਗੱਲ ਉਸ ਤੋਂ ਵੀ ਪਿਛਾਂ ਇਸ ਪੁਆਇੰਟ ਤੇ ਰੁਕੀ ਹੋਈ ਆ ਕਿ ਲੋਕ ਜਿਹੜੇ ਆ ਤੁਹਾਡਾ ਸਾਥ ਨਹੀਂ ਦੇ ਰਹੇ, ਤੁਹਾਡੇ ਵਿਰੋਧ 'ਚ ਨੇ। ਜੇ ਇੱਕ ਏਡੇ ਵੱਡੇ ਵੱਡੇ ਲੀਡਰਾਂ ਨੂੰ ਆਪਣੇ ਸ਼ਹਿਰ ਦੇ ਵਿੱਚ, ਆਪਣੇ ਘਰ ਦੇ ਵਿੱਚ ਰਹਿ ਕੇ ਹੀ ਖਤਰਾ ਹੈ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਵੇਗਾ? ਬਿਲਕੁਲ ਜੀ, ਬਿਲਕੁਲ। ਤੀਕਸ਼ਣ ਸੂਦ ਨੂੰ ਇਹ ਗੱਲ ਜਦੋਂ ਉਹਨਾਂ ਨੇ ਸਿਕਿਉਰਿਟੀ ਮੰਗੀ ਆ, ਉਹ ਪਿਛਲੇ 20 ਦਿਨਾਂ ਦੇ ਵਿੱਚ ਅਸੀਂ ਕਈ ਵਾਰ ਦੇਖਿਆ ਕਿ ਉਹਨਾਂ ਨੇ ਜਦੋਂ ਇਹੋ ਜਿਹਾ ਇੱਕ ਬਿਆਨ ਦਿੱਤਾ ਸੀਗਾ ਕਿ ਕਿਸਾਨ ਉੱਥੇ ਪਿਕਨਿਕ ਮਨਾ ਰਹੇ ਆ ਤੇ ਕੁਝ ਨੌਜਵਾਨਾਂ ਨੇ ਉਹਨਾਂ ਦੇ ਘਰ ਅੱਗੇ ਇੱਕ ਗੋਹੇ ਦੀ ਟਰਾਲੀ ਵਿਰੋਧ ਦੇ ਸਰੂਪ 'ਚ ਸੁੱਟੀ ਸੀ। ਉਹਦੇ ਤੇ ਕਾਰਵਾਈ ਵੀ ਹੋਈ, ਉਹਦੇ ਤੇ ਧਰਨਾ ਪ੍ਰਦਰਸ਼ਨ ਵੀ ਹੋਇਆ, ਉਹ ਕੇਸ ਵੀ ਚੱਲਿਆ, ਬੜਾ ਕੁਝ ਉਹਦੇ 'ਚ ਹੋਇਆ, ਉਹ ਵਾਪਸ ਵੀ ਲਿਆ ਗਿਆ ਫਿਰ। ਤੇ ਇਹ ਲੀਡਰਾਂ ਨੂੰ ਜਿਹੜੀ ਸਿਕਿਉਰਿਟੀ ਚਾਹੀਦੀ ਆ, ਜਦੋਂ ਅਸੀਂ ਪਿਛਲੀਆਂ ਸਰਕਾਰਾਂ ਦੇ ਟਾਈਮ 'ਚ ਗੱਲ ਕਰਦੇ ਹਾਂ, ਵੱਖਰੇ ਵੱਖਰੇ ਪ੍ਰਦੇਸ਼ਾਂ 'ਚ ਜਦੋਂ ਚੋਣਾਂ ਹੁੰਦੀਆਂ ਤੇ ਅਸੀਂ ਇਸ ਗੱਲ ਤੇ ਅਕਸਰ ਗੱਲ ਕਰਦੇ ਹਾਂ ਕਿ ਸਰਕਾਰਾਂ ਦੇ ਜਿਹੜੇ ਖਰਚੇ ਨੇ ਗੈਰ ਜ਼ਰੂਰੀ ਉਹ ਘਟਣੇ ਚਾਹੀਦੇ ਨੇ। ਪਰ ਇਹ ਗੱਲ ਤੇ ਵਾਰੀ-ਵਾਰੀ ਉੱਥੇ ਦੀ ਉੱਥੇ ਰੁਕੀ ਹੋਈ ਹੈ ਜੀ ਕਿ ਇਹਨਾਂ ਨੂੰ ਲੋਕ ਭਾਵਨਾਵਾਂ ਦੀ ਸਮਝ ਰੱਖਣੀ ਚਾਹੀਦੀ ਹੈ, ਨਾ ਕਿ ਲੋਕਾਂ ਤੋਂ ਸਿਕਿਉਰਿਟੀ ਲੈਣੀ ਚਾਹੀਦੀ ਹੈ। ਪਹਿਲਾਂ ਤਾਂ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਲਾਉਂਦੇ ਹਾਂ ਜਦੋਂ ਅਸੀਂ ਨਵੇਂ-ਨਵੇਂ ਲੀਡਰ ਬਣਦੇ ਹਾਂ ਕਿ ਸਾਡੀ ਪਛਾਣ ਹੋਵੇ, ਲੋਕ ਸਾਨੂੰ ਜਾਣਨ। ਜਦੋਂ ਅਸੀਂ ਉਹਨਾਂ ਦੀ ਪਛਾਣ 'ਚ ਆ ਜਾਂਦੇ ਹਾਂ, ਅਸੀਂ ਵੱਡੇ ਲੀਡਰ ਬਣ ਜਾਂਦੇ ਹਾਂ, ਫਿਰ ਅਸੀਂ ਉਹਨਾਂ ਤੋਂ ਦੂਰੀ ਰੱਖਦੇ ਹਾਂ, ਫਿਰ ਅਸੀਂ ਉਹਨਾਂ ਨੂੰ ਨਹੀਂ ਪਛਾਣਦੇ, ਫਿਰ ਅਸੀਂ ਉਹਨਾਂ ਤੋਂ ਦੂਰੀ ਰੱਖਦੇ ਹਾਂ ਤੇ ਸਿਕਿਉਰਿਟੀ ਦੀ ਡਿਮਾਂਡ ਕਰਦੇ ਹਾਂ। ਤੇ ਸਿਕਿਉਰਿਟੀ ਦੀ ਡਿਮਾਂਡ ਦੀ ਗੱਲ ਨਹੀਂ ਹੈਗੀ, ਗੱਲ ਤੇ ਸਿਰਫ ਆਪਣਾ ਸੁਭਾਅ ਤੇ ਆਪਣਾ ਜਿਹੜਾ ਕਿਰਦਾਰ ਹੈ ਉਹਨੂੰ ਬਦਲਣ ਦੀ ਹੈ, ਲੋਕ ਪੱਖੀ ਹੋਣ ਦੀ ਹੈ। ਸਿਕਿਉਰਿਟੀ ਕਿਹਨਾਂ ਤੋਂ ਲੈਣੀ ਹੈ? ਆਪਣੇ ਹਲਕੇ ਦੇ ਉਹਨਾਂ ਲੋਕਾਂ ਤੋਂ ਸਿਕਿਉਰਿਟੀ ਮੰਗਦੇ ਆ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਕੱਲ ਨੂੰ। ਉਹੀ ਲੋਕ ਨੇ, ਉਸੇ ਸ਼ਹਿਰ 'ਚ ਰਹਿੰਦੇ ਨੇ, ਉੱਥੇ ਹੀ 2 ਵਾਰ ਇਲੈਕਸ਼ਨ ਲੜੀ ਆ, 3 ਵਾਰ ਲੜੀ ਆ, 4 ਵਾਰ ਲੜੀ ਆ, ਕਈ ਵਾਰ ਜਿੱਤੇ ਆ, ਕਈ ਵਾਰ ਹਾਰੇ ਆ। ਉਸੇ ਸ਼ਹਿਰ ਦੇ ਉਹਨਾਂ ਲੋਕਾਂ ਤੋਂ ਸਿਕਿਉਰਿਟੀ ਸਾਨੂੰ ਚਾਹੀਦੀ ਹੈ ਜਿਨ੍ਹਾਂ ਤੋਂ ਅਸੀਂ ਵੋਟਾਂ ਲੈਣੀਆਂ। ਇਹਦਾ ਮਤਲਬ ਆਪਣੇ ਕੰਮ ਬਾਰੇ ਸੋਚਣਾ ਚਾਹੀਦਾ ਕਿ ਕਰਮ ਕੀ ਕਰ ਰਹੇ ਹਨ। ਬਿਲਕੁਲ, ਜਿਹਨੂੰ ਇਹ ਚਿੰਤਨ ਜਾਂ ਮੰਥਨ ਜਾਂ ਆਤਮ ਚਿੰਤਨ ਕਹਿੰਦੇ ਆ, ਉਹ ਕਰਨ ਦੀ ਲੋੜ ਆ। ਉਹ ਵੀ ਇਕੱਲੇ ਬਹਿ ਕੇ ਨਾ ਕਰਨ, ਆਪਣੇ ਲੋਕਾਂ 'ਚ ਬੈਠ ਕੇ ਕਰਨ। ਜੀ ਸ਼ਰਮਾ ਜੀ, ਆਤਮ ਮੰਥਨ ਤੇ ਆਤਮ ਚਿੰਤਨ ਦੀ ਤੁਸੀਂ ਗੱਲ ਕੀਤੀ ਹੈ ਤੇ ਅਵਤਾਰ ਜੀ ਵੱਲ ਆਵਾਂਗੇ ਵੀ ਕਿਆ ਗ੍ਰਹਿ ਮੰਤਰੀ ਮੁੱਖ ਮੰਤਰੀ ਦੀ ਕੁਰਸੀ ਬਚਾ ਸਕਦਾ? ਬਿਲਕੁਲ ਜੀ, ਉਹਨਾਂ ਦੇ ਵਿੱਚ ਪਾਵਰ ਹੈਗੀ ਬਚਾਉਣ ਦੀ, ਤਾਂ ਹੀ ਨੱਠੇ ਜਾਂਦੇ ਆ। ਮਸਲਾ ਇੱਥੇ ਇਸ ਗੱਲ ਦਾ ਖੜਾ ਹੋ ਗਿਆ ਕਿ ਜਦੋਂ ਵਿਰੋਧ ਜ਼ਿਆਦਾ ਹੋ ਗਿਆ ਤੇ ਮਨੋਹਰ ਲਾਲ ਖੱਟਰ ਨੂੰ ਆਪਣੀ ਕੁਰਸੀ ਜਿਹੜੀ ਡਾਵਾਂਡੋਲ ਹੋਲਦੀ ਦਿਸਣ ਲੱਗ ਪਈ ਆ। ਉਸ ਦਾ ਕਾਰਨ ਇਹ ਆ ਕਿ ਇਨੈਲੋ ਦੇ ਇੱਕ ਵਿਧਾਇਕ ਅਭੈ ਸਿੰਘ ਚੌਟਾਲਾ ਆ ਜੀ, ਉਹ ਵੀ ਕਿਸਾਨਾਂ ਦੇ ਦਬਾਅ ਹੇਠ ਅਸਤੀਫਾ ਨਹੀਂ ਭੇਜਿਆ, ਅਸਤੀਫਾ ਰੂਪੀ ਪੱਤਰ ਭੇਜਿਆ ਸਪੀਕਰ ਨੂੰ ਜੀ ਵੀ ਜੇ 26 ਜਨਵਰੀ ਤੱਕ ਇਹ ਜਿਹੜੇ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਫਿਰ ਮੇਰਾ ਅਸਤੀਫਾ ਹੀ ਸਮਝੋ। ਉਹਨਾਂ ਨੇ ਵੀ ਗੋਲ ਮਟੋਲ ਹੀ ਕੀਤਾ ਐਵੇਂ ਕਿਸਾਨਾਂ ਦੀ ਹਮਦਰਦੀ ਲੈਣ ਦੇ ਮਾਰਿਆਂ ਨੂੰ ਤੇ ਦੇਖੋ ਜੀ ਮੈਂ ਤੁਹਾਡੇ ਲਈ ਇਹ ਪੱਤਰ ਭੇਜ ਦਿੱਤਾ ਆ, ਇਹਨੂੰ ਅਸਤੀਫਾ ਸਮਝੋ। ਇੰਨੀ ਜ਼ਰੂਰਤ ਨਹੀਂ ਰੱਖ ਸਕਿਆ ਉਹ ਵੀ ਮੈਂ ਸਿੱਧਾ ਅਸਤੀਫਾ ਦੇ ਦਿਆਂ। ਤੁਹਾਡੀ ਗੱਲ ਰੋਕਦਾ, ਬਹੁਤ ਦਿਨਾਂ ਤੋਂ ਪਾਕਿਸਤਾਨ 'ਚ ਰੌਲਾ ਪਿਆ ਹੋਇਆ ਕਿ ਜਿਹੜੇ ਵਿਰੋਧੀ ਧਿਰ ਦੇ ਸਾਰੇ ਲੀਡਰ ਨੇ ਉਹ ਅਸਤੀਫਾ ਦੇ ਦੇਣਗੇ। ਅਸਤੀਫਾ ਵੀ ਨਹੀਂ ਦਿੰਦੇ, ਅਸਤੀਫੇ ਦੀਆਂ ਵੀ ਵਾਰਨਿੰਗਾਂ ਦਿੰਦੇ ਆ ਕਿ ਅਸੀਂ ਅਸਤੀਫਾ ਦੇ ਦੇਵਾਂਗੇ। ਇਸੇ ਤਰ੍ਹਾਂ ਹੀ ਇਸ ਤੋਂ ਪਹਿਲਾਂ ਆਪ ਵਾਲੇ ਵੀ ਦੇ ਹਟੇ ਸੀਗੇ ਪਰ ਉਹ ਸਪੀਕਰ ਨੇ ਪ੍ਰਵਾਨ ਨਹੀਂ ਕੀਤੇ ਤੇ ਜੋ ਲਟਕਦੇ ਰਹਿ ਗਏ, ਹੁਣ ਕੁਝ ਮੁੜ ਕੇ ਫੇਰ ਪਾਰਟੀ 'ਚ ਆ ਗਏ ਆ, ਕੁਝ ਹਾਲੇ ਲਟਕਦੇ ਉਦਾਂ ਹੀ ਪਏ ਆ। ਸੋ ਇਹਨੇ ਵੀ ਅਭੈ ਚੌਟਾਲਾ ਨੇ ਇਹ ਕਿਹਾ ਵੀ ਚੱਲ ਮੈਂ ਪੱਤਰ ਭੇਜ ਕੇ ਹੋ ਸਕਦਾ ਕਿਸਾਨ ਮੇਰੇ ਨਾਲ ਰਾਜੀ ਹੋ ਜਾਣ। ਖੈਰ ਉਹਦੇ ਨਾਲ ਰਾਜੀ ਸੀਗੇ, ਉਹ ਕਈ ਥਾਵਾਂ ਤੇ ਟਿਕਰੀ ਬਾਰਡਰ ਤੇ ਮੈਂ ਦੇਖਿਆ ਕਿਸਾਨਾਂ ਦੇ ਵਿੱਚ ਬਹਿ ਕੇ ਵੀ ਆਇਆ। ਹੁਣ ਜਿਹੜੀ ਗੱਲ ਇਹਨਾਂ ਦੀ ਚੱਲੀ ਸੀ ਵੀ ਜੇਜੇਪੀ ਦੇ ਜਿਹੜੇ ਵਿਧਾਇਕ ਆ ਜਿਨ੍ਹਾਂ ਦੇ ਕਰਕੇ ਖੱਟਰ ਸਰਕਾਰ ਬਣੀ ਸੀ, ਉਹ ਤੋਂ ਬਿਨਾਂ ਸਰਕਾਰ ਬਣ ਨਹੀਂ ਸਕਦੀ ਸੀ। ਹੁਣ ਜਿਸ ਬੰਦੇ ਨੂੰ ਬਿਨਾਂ ਕੁਝ ਕੀਤਿਆਂ ਐਡਾ ਵੱਡਾ ਰੁਤਬਾ, ਐਡਾ ਵੱਡਾ ਅਹੁਦਾ ਮਿਲ ਜਾਏ, ਉਹ ਭਲਾ ਸਰਕਾਰ ਕਿਉਂ ਛੱਡੂਗਾ? ਮੈਂ ਗੱਲ ਕਰ ਰਿਹਾ ਦੁਸ਼ਯੰਤ ਚੌਟਾਲਾ ਦੀ। ਕੁਝ ਵੀ ਨਹੀਂ ਸੀ ਉਹਦੇ ਹੱਥ, ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇਸ ਲੈਵਲ ਤੱਕ ਡਿਪਟੀ ਚੀਫ ਮਿਨਿਸਟਰ ਬਣੂਗਾ, ਕਦੇ ਹੋ ਹੀ ਨਹੀਂ ਸਕਦਾ ਸੀਗਾ। ਔਰ ਉਹ ਵੀ ਭਾਜਪਾ ਨਾਲ ਰਲ ਕੇ, ਜਿਹਦੀ ਸੈਂਟਰ 'ਚ ਸਰਕਾਰ ਆ। ਪਰ ਉਹਦੀ ਐਸੀ ਕਿਸਮਤ ਚਮਕੀ ਵੀ ਉਹ ਕਾਂਗਰਸ ਦਾ ਤਾਂ ਉੱਥੇ ਬਿਸਤਰਾ ਗੋਲ ਹੋਇਆ ਉਹ ਇਹਨੂੰ ਚਮਕਾ ਗਈ। ਕਾਂਗਰਸ ਦੇ ਜਿਹੜਾ ਇਹਦੇ ਚਮਕਾਉਣ ਦੇ ਪਿੱਛੇ ਕਾਂਗਰਸ ਦਾ ਹੱਥ ਆ। ਉਹ ਕਾਂਗਰਸ ਆਪ ਤਾਂ ਪੱਠਾ ਬਹਿ ਗਿਆ ਕਹਿ ਦਈਏ ਇਹਨੂੰ, ਤੇ ਇਹਨੂੰ ਚਮਕਾ ਗਈ, ਇਹਦੀ ਕਿਸਮਤ ਹੱਥ ਆ ਗਈ ਤੇ ਇਹਦੇ ਹੱਥ ਕੁਰਸੀ ਡਿਪਟੀ ਚੀਫ ਮਿਨਿਸਟਰ ਦੀ ਆ ਗਈ। ਹੁਣ ਇਹਦੇ ਪਿੱਛੇ ਜ਼ੋਰ ਦਬਾਅ ਬਹੁਤ ਲੱਗਾ ਹੋਇਆ ਕਿਉਂਕਿ ਉਹ ਕਿਸਾਨ ਨੇਤਾ ਆਪ ਆ, ਉਹ ਪਰਿਵਾਰ ਕਿਸਾਨਾਂ ਦਾ ਚੌਟਾਲਾ ਪਰਿਵਾਰ ਸਾਰਾ। ਪਰ ਉਹ ਪਤਾ ਨਹੀਂ ਸੱਤਾ ਦੇ ਲਾਲਚ ਵਿੱਚ ਐਸਾ ਖੁੱਭਿਆ ਕਿ ਉਹ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ ਉਹ ਕੁਰਸੀ ਨੂੰ ਹੀ ਫੜ ਕੇ ਬੈਠਾ, ਜਿਵੇਂ ਟਰੰਪ ਫੜ ਕੇ ਬੈਠਾ ਸੀਗਾ, ਮਸੀਂ ਲਾਉਣ ਲੱਗੇ ਉਹਨੂੰ। ਉਹ ਇਸੇ ਕਰਕੇ ਇਹਨਾਂ ਨੂੰ ਹੁਣ ਜਦੋਂ ਕੁਰਸੀ ਜਾਂਦੀ ਦਿਸੀ ਆ, ਉੱਥੇ ਉੱਡਣ ਖਟੋਲਾ ਉਹਨਾਂ ਦਾ ਰਸਤੇ ਦੇ ਵਿੱਚ ਉੱਪਰ ਹਵਾ 'ਚ ਉੱਡਦਾ ਰਿਹਾ ਖੱਟਰ ਸਾਹਿਬ ਦਾ, ਤੇ ਉਹਨਾਂ ਨੂੰ ਦੇਖ ਲਿਆ ਵੀ ਹੁਣ ਜਿਹੜਾ ਮੈਨੂੰ ਵੀ ਕਿਤੇ ਨਹੀਂ ਜਾਣ ਦੇਣਾ। ਇੱਕ ਵਾਰ ਉਹਨੂੰ ਵੀ ਰੋਕਿਆ ਦੁਸ਼ਯੰਤ ਚੌਟਾਲਾ ਨੂੰ। ਉਸ ਡਰ ਦੇ ਮਾਰਿਆਂ ਨੇ ਕਈ ਵਿਧਾਇਕਾਂ ਨੇ ਤਾਂ ਜਿਹੜੇ ਦੁਸ਼ਯੰਤ ਚੌਟਾਲਾ ਦੇ ਆ, ਉਹਨਾਂ ਨੇ ਤਾਂ ਮਨੋਹਰ ਖੱਟਰ ਨੂੰ ਸਾਫ਼ ਕਹਿਤਾ ਸੀਗਾ ਵੀ ਇਹ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਆ, ਨਹੀਂ ਤਾਂ
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਗੱਠਜੋੜ ਸਰਕਾਰ ਆ ਇਹਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇੱਥੋਂ ਤੱਕ ਕਹਿਤਾ ਸੀ ਜਿਹਦੇ ਕਰਕੇ ਖੱਟਰ ਦੇ ਦਿਮਾਗ 'ਚ ਇਹ ਗੱਲ ਰੜਕੀ ਪਈ ਹੈ, ਗੱਲ ਕਿੱਧਰ ਨੂੰ ਜਾ ਰਹੀ ਆ। ਤਾਂ ਫਟਾਫਟ ਹੰਗਾਮੀ ਹਾਲਤ 'ਚ ਕੱਲ ਇਹ ਗ੍ਰਹਿ ਮੰਤਰੀ ਕੋਲ ਦੋਨੇ ਜਣੇ ਗਏ ਆ। ਅੰਦਰ ਕੀ ਗੱਲ ਹੋਈ ਕੁਛ ਨਹੀਂ, ਆ ਕੇ ਇਹ ਕਿਹਾ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ। ਇੰਨੀ ਗੱਲ ਕਹਿਤੀ ਆ ਕੇ, ਬਾਕੀ ਖਤਰਾ ਪਤਾ ਨਹੀਂ ਅੰਦਰੋਂ ਨਿਬੇੜ ਕੇ ਆਏ ਆ ਜਾਂ ਬਾਹਰ ਆ ਕੇ ਹੋਰ ਪੈਦਾ ਹੋਣਾ ਆ, ਇਹ ਅਜੇ ਭੇਦ ਹੀ ਬਣਿਆ ਆ। ਪਰ ਦੋਨਾਂ ਨੇ ਆ ਜ਼ਰੂਰ ਕਹਿਤਾ ਵੀ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ, ਇਹ ਪੂਰੇ 5 ਸਾਲ ਚੱਲੂਗੀ। ਕਿਸੇ ਨੇ ਸਰਕਾਰ ਡੇਗਣ ਦੀ ਗੱਲ ਤਾਂ ਕੀਤੀ ਨਹੀਂ ਅਜੇ, ਉਹ ਤਾਂ ਕਾਨੂੰਨਾਂ ਦੀ ਗੱਲ, ਕਿਸਾਨਾਂ ਦੀ ਗੱਲ ਕਰ ਰਹੇ ਆ, ਉਧਰ ਤਾਂ ਧਿਆਨ ਹੈ ਨਹੀਂ। ਮੈਂ ਉਹੀ ਗੱਲ ਕਰਦਾ ਨਾ, ਜਿੰਨੇ ਆਗੂ ਆ, ਜਿੰਨੇ ਸਿਆਸੀ ਬੰਦੇ ਆ, ਇਹਨਾਂ ਨੂੰ ਆਪਣੀ ਸਿਆਸਤ ਚਮਕਾਉਣ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ। ਇਹਨਾਂ ਨੇ ਦੇਖਿਆ ਵੀ ਲੈ ਵੀ ਹੁਣ ਆ ਵਿਧਾਇਕ ਜਿਹੜੇ ਸਾਡੇ ਖਿਲਾਫ ਹੋ ਚੱਲੇ ਆ, ਮੇਰੀ ਕੁਰਸੀ ਗਈ, ਫਟਾਫਟ ਸੈਂਟਰ ਨੂੰ ਪਹੁੰਚ ਗਏ। ਹੁਣ ਇਹ ਪਤਾ ਨਹੀਂ ਉਹ ਦੁਸ਼ਯੰਤ ਨੂੰ ਦਬਕਾ ਮਰਾ ਕੇ ਆਏ ਆ ਜਾਂ ਉਹ ਦੁਸ਼ਯੰਤ ਨੂੰ ਪਾਲ ਪਲੋਸ ਕੇ ਆਏ ਆ, ਇਹ ਅੰਦਰਲੀ ਗੱਲ ਆਉਂਦੇ ਦਿਨਾਂ 'ਚ ਨਿਕਲੂਗੀ। ਖੈਰ ਫਿਲਹਾਲ ਸਰਕਾਰ ਬਚ ਗਈ ਉਹਨਾਂ ਦੀ। ਚਲੋ ਵਧੀਆ ਗੱਲ ਹੈ, ਜੇ ਮੌਕਾ ਸੰਭਲ ਜਾਏ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਲੈਣ ਤੇ ਮੈਨੂੰ ਲੱਗਦਾ ਹੈ ਕਿ ਸਭ ਕੁਝ ਸਹੀ ਹੋ ਜਾਏਗਾ। ਬਿਲਕੁਲ ਜੀ, ਬਿਲਕੁਲ। ਤੇ ਸ਼ਰਮਾ ਜੀ ਤੁਹਾਡੇ ਵੱਲ ਆਉਨੇ ਆ, ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਉੱਥੇ ਵੀ ਆਮ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਕਿਉਂਕਿ ਰਾਜਪਾਲ ਜਿਹੜਾ ਹੈ ਉਹ ਕਮੈਂਟ ਕਰਨਾ ਤਾਂ ਨਹੀਂ ਬਣਦਾ ਪਰ ਉਹਨਾਂ ਨੂੰ ਕੰਮ ਕਰਨਾ ਔਖਾ ਲੱਗ ਰਿਹਾ ਉਹਨਾਂ ਦੇ ਅੰਡਰ। ਇਹ ਪੁਡੂਚੇਰੀ ਦਾ ਮਾਮਲਾ ਸ਼ਾਇਦ ਜੀ, ਤੇ ਵਿਸਥਾਰ ਨਾਲ ਥੋੜਾ ਜਿਹਾ ਦੱਸ ਦਿਓ। ਪਹਿਲਾਂ ਅਸੀਂ ਇਹਨੂੰ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਹਨੂੰ ਪੌਂਡੀਚੇਰੀ ਕਹਿੰਦੇ ਹੁੰਦੇ ਸੀ। ਫਿਰ ਸਰਕਾਰਾਂ ਸਮੇਂ-ਸਮੇਂ ਤੇ ਆਪਣੇ ਦਾਰੋਮਦਾਰ ਨੂੰ ਸਥਾਪਿਤ ਕਰਨ ਲਈ ਜਾਂ ਕੰਮ ਜਦੋਂ ਨਹੀਂ ਕੰਮ ਹੁੰਦਾ ਫਿਰ ਇਹੋ ਜਿਹੇ ਕੰਮ ਕਰ ਲੈਂਦੇ। ਅਸੀਂ ਕਈ ਵਾਰ ਕਹਿੰਦੇ ਆ ਵੇਲੀਏ ਜੱਟੀ ਉਹਨ ਵੇਲ ਉਹਨਣੀ ਤੇ ਘਸੁੰਨ ਵੇਲ। ਜਦੋਂ ਸਰਕਾਰਾਂ ਕੋਲ ਕੋਈ ਕੰਮ ਨਹੀਂ ਹੁੰਦਾ ਫਿਰ ਉਹ ਸ਼ਹਿਰਾਂ ਦੇ ਨਾਮ ਬਦਲੀ ਜਾਂਦੇ ਨੇ। ਸ਼ਾਇਦ ਇਤਿਹਾਸ 'ਚ ਪਹਿਲਾਂ ਉਹ ਕੁਝ ਹੋਰ ਨਾਮ ਸੀ, ਅੰਗਰੇਜ਼ਾਂ ਨੇ ਕੁਝ ਨਾਮ ਬਦਲੇ, ਫਿਰ ਉਹ ਪੌਂਡੀਚੇਰੀ ਤੋਂ ਪੁਡੂਚੇਰੀ ਹੋ ਗਿਆ। ਤੇ ਪੁਡੂਚੇਰੀ 'ਚ ਸਾਡੇ ਗਵਰਨਰ ਨੇ ਮੈਡਮ ਕਿਰਨ ਬੇਦੀ ਜੀ, ਬੜਾ ਨਾਮ ਰਿਹਾ ਉਹਨਾਂ ਦਾ। ਦਿੱਲੀ ਦੇ ਵਿੱਚ ਉਹ ਪੁਲਿਸ ਮੁਖੀ ਰਹੇ ਆ। ਤੇ ਜਦੋਂ ਅੰਨਾ ਹਜ਼ਾਰੇ ਵਾਲਾ ਅੰਦੋਲਨ ਸੀ ਉਦੋਂ ਵੀ ਉਹ ਬਹੁਤ ਚੜ੍ਹਦੀ ਕਲਾ 'ਚ ਸੀ, ਬਹੁਤ ਅੱਗੇ ਸੀ, ਲੱਗਦਾ ਸੀਗਾ ਕਿ ਦਿੱਲੀ ਦੇ ਮੁੱਖ ਮੰਤਰੀ ਬਣ ਜਾਣਗੇ। ਪਰ ਉਸ ਤੋਂ ਬਾਅਦ ਫਿਰ ਕਰਦਿਆਂ ਕਰਾਉਂਦਿਆਂ ਰਾਜਪਾਲ ਬਣ ਗਏ। ਤੁਸੀਂ ਗੱਲ ਕੀਤੀ ਰਾਜਪਾਲ ਤੇ ਕਮੈਂਟ ਕਰਨ ਦੀ, ਬਿਲਕੁਲ ਸਟੇਟ ਦੇ ਸੰਵਿਧਾਨਕ ਮੁਖੀ ਆ, ਸਾਨੂੰ ਉਹਨਾਂ ਤੇ ਕਮੈਂਟ ਨਹੀਂ ਕਰਨਾ ਚਾਹੀਦਾ। ਪਰ ਅਸੀਂ ਅਕਸਰ ਦੇਖਿਆ ਕਿ ਵੱਖ-ਵੱਖ ਸਰਕਾਰਾਂ ਜਦੋਂ ਵੀ ਜਿਹੜੀਆਂ ਵੀ ਸੈਂਟਰ 'ਚ ਸਰਕਾਰ ਹੁੰਦੀ ਆ ਉਹ ਆਪਣਾ ਦਬਦਬਾ ਜਿਹੜਾ ਬਣਾਉਣ ਲਈ ਬਹੁਤ ਵਾਰ ਰਾਜਪਾਲ ਦਾ ਉਪਯੋਗ ਵੀ ਕਰਦੇ ਆ। ਤੇ ਇਹੋ ਜਿਹੀ ਹੀ ਘਟਨਾ ਆਈ ਆ ਸਾਡੇ ਸਾਹਮਣੇ। ਪੁਡੂਚੇਰੀ ਤੋਂ ਗਵਰਨਰ ਮੈਡਮ ਕਿਰਨ ਬੇਦੀ ਨੇ, ਉੱਥੇ ਦੇ ਜਿਹੜੇ MP ਨੇ ਤੇ MLAs ਨੇ, ਉੱਥੇ ਦੀ ਜਿਹੜੀ ਸਰਕਾਰ ਆ, ਗਵਰਨਮੈਂਟ ਆ, ਉਹ ਉਹਦੇ ਖਿਲਾਫ ਧਰਨੇ ਤੇ ਬੈਠੇ ਆ ਬਹੁਤ ਦਿਨਾਂ ਤੋਂ। ਉਹਨਾਂ ਦਾ ਕਹਿਣਾ ਆ ਕਿ ਰਾਜਪਾਲ ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਇਹ ਗੱਲ ਸਿਰਫ ਪੁਡੂਚੇਰੀ ਦੀ ਨਹੀਂ ਹੈਗੀ। ਅਸੀਂ ਸਮੇਂ ਤੇ ਦੇਖਿਆ ਕਿ ਦਿੱਲੀ ਦੇ ਗਵਰਨਰ ਅਨਿਲ ਬੈਜਲ ਦਾ ਕੇਜਰੀਵਾਲ ਨਾਲ ਰੇੜਕਾ ਚੱਲਦਾ ਰਹਿੰਦਾ। ਪੱਛਮੀ ਬੰਗਾਲ 'ਚ OP ਧਨਖੜ ਨੇ, ਉਹਨਾਂ ਦਾ ਮਮਤਾ ਬੈਨਰਜੀ ਨਾਲ ਰੇੜਕਾ ਚੱਲਦਾ ਹੈ। ਤੇ ਪੰਜਾਬ ਦੇ ਵਿੱਚ ਵੀ ਬੀਤੇ ਦਿਨੀ ਹੀ ਇਹੋ ਜਿਹੀ ਹੀ ਘਟਨਾ ਹੋਈ ਆ। ਸਮੇਂ ਤੇ ਇਹੋ ਜਿਹਾ ਹੁੰਦਾ ਰਹਿੰਦਾ ਕਿ ਇਹ, ਪਰ ਗੱਲ ਸਿਰਫ ਉਹੀ ਆ ਕਿ ਕੇਂਦਰ ਦੀ ਸਰਕਾਰ ਜਿੱਥੇ ਉਹਨਾਂ ਦੀ ਸਟੇਟ ਨਹੀਂ ਹੈਗੀ ਉੱਥੇ ਰਾਜਪਾਲ ਨੂੰ ਇੱਕ ਹਥਿਆਰ ਵਜੋਂ ਵਰਤਦੇ ਨੇ ਚੁਣੀ ਹੋਈ ਸਰਕਾਰ ਦੇ ਖਿਲਾਫ। ਤੇ ਇਹ ਗਲਤ ਗੱਲ ਵੀ ਹੈ, ਪਰ ਉਹ ਤੋਂ ਇਲਾਵਾ ਇਹ ਵੀ ਗੱਲ ਦੇਖੀਏ ਕਿ ਬਹੁਤ ਵਾਰ ਸਾਨੂੰ ਰਾਜਪਾਲ ਦਾ ਨਾਮ ਵੀ ਨਹੀਂ ਪਤਾ ਹੁੰਦਾ ਜਿੱਥੇ ਸੇਮ ਹੋਲ ਹੋਵੇ। ਜੀ, ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਚਰਚਾ ਕਰਾਂਗੇ ਇਸ ਅੰਤਰਾਲ ਤੋਂ ਬਾਅਦ। ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਫੇਰ ਤੋਂ ਸਵਾਗਤ ਕਰਦੇ ਹਾਂ ਤੇ ਸ਼ਰਮਾ ਜੀ ਤੁਹਾਡੇ ਵੱਲ ਹੀ ਮੁੜ ਕੇ ਆਉਂਦੇ ਆ ਜੀ। ਰੇੜਕਾ ਆਪਾਂ ਵਿੱਚੇ ਹੀ ਰੜਕ ਲਿਆ ਸਾਰਾ ਕੁਝ, ਪਰ ਇਹ ਤੋਂ ਇਲਾਵਾ ਵਿਦੇਸ਼ ਨੀਤੀ ਦੀ ਗੱਲ ਕਰੀਏ ਤੇ ਉੱਤੇ ਤਾਂ ਆਪਾਂ ਵਿਸਥਾਰ ਨਹੀਂ ਜਾਣਨਾ ਚਾਹੁੰਦੇ, ਪਰ ਇੱਕ ਗੁਆਂਢੀ ਮੁਲਕ ਦੇ ਵੱਡੇ ਅਹੁਦੇਦਾਰ ਕਹਿ ਸਕਦੇ ਹਾਂ ਜੀ ਹਿੰਦੁਸਤਾਨ ਆ ਰਹੇ ਨੇ ਜੀ, ਤੇ ਉਸ ਤੋਂ ਪਹਿਲਾਂ ਉਧਰ ਦੇ ਪ੍ਰਧਾਨ ਮੰਤਰੀ ਦਾ ਕੁਝ ਕਹਿ ਰਿਹਾ, ਹੌਲੀ ਕਹਿ ਰਿਹਾ ਕਿ ਉੱਚੀ ਦੇਣੀ ਕਹਿ ਰਿਹਾ, ਉਹਦੇ ਬਾਰੇ ਦੱਸ ਦਿਓ। ਬਿਲਕੁਲ ਜੀ, ਅਸੀਂ ਪਿਛਲੇ ਐਪੀਸੋਡ 'ਚ ਗੱਲ ਕਰਦੇ ਸੀਗੇ ਭਾਰਤ ਦੇ ਸੈਂਟਰ ਸਰਕਾਰ ਰਾਜਪਾਲਾਂ ਨੂੰ ਕਿਵੇਂ ਵਰਤਦੀ ਆ ਜਾਂ ਸੈਂਟਰ ਸਟੇਟ ਰਿਲੇਸ਼ਨਸ ਦੀ ਅਸੀਂ ਅਕਸਰ ਗੱਲ ਕਰਦੇ ਹਾਂ, ਉੱਥੇ ਰੇੜਕਾ ਪਿਆ ਹੋਇਆ। ਪਰ ਅਸੀਂ ਕਈ ਦੇਖਦੇ ਹਾਂ ਕਿ ਲੋਕਤੰਤਰ ਸਰਕਾਰ ਉਹ ਵਧੀਆ ਮੰਨੀ ਜਾਂਦੀ ਹੈ ਜਿਹਦੀ ਵਿਦੇਸ਼ ਨੀਤੀ ਚੰਗੀ ਹੋਵੇ। ਜੇ ਸਰਕਾਰ ਤੋਂ ਪਿੱਛੇ ਆਪਾਂ ਆ ਜਾਈਏ ਤੇ ਟੱਬਰ ਵੀ ਉਹੀ ਚੰਗਾ ਜਿਹਦੀ ਆਂਢ ਗੁਆਂਢ 'ਚ 4 ਬੰਦਿਆਂ ਨਾਲ ਬਣੀ ਹੋਈ ਹੋਵੇ। ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਗੁਆਂਢ ਕਪੱਤਾ ਨਾ ਹੋਵੇ, ਕੁੜਮ ਕਪੱਤਾ ਭਾਵੇਂ ਹੋਵੇ। ਦੂਰ ਵਾਲੇ ਨੂੰ ਤਾਂ ਅਸੀਂ ਕਦੇ ਮਿਲਣਾ ਆ, ਰਿਸ਼ਤੇਦਾਰ ਨੂੰ ਵੀ ਅਸੀਂ ਕਦੇ ਹੀ ਮਿਲਣਾ, ਪਰ ਗੁਆਂਢ ਨਾਲ ਸਾਡੀ ਰੋਜ਼ ਜਿਹੜੀ ਆ ਲੋੜ ਜਿਹੜੀ ਆ ਪੈਂਦੀ ਆ ਤੇ ਅਸੀਂ ਆਪਸ ਦੇ ਵਿੱਚ ਮਿਲਣਾ ਵਰਤਣਾ ਵੀ ਆ। ਭਾਰਤ ਦੇ ਆਲੇ ਦੁਆਲੇ ਜਿੰਨੇ ਵੀ ਮੁਲਕ ਨੇ ਉਹਨਾਂ ਸਾਰਿਆਂ ਨਾਲ ਸਾਡੇ ਜਿਹੜੇ ਸਬੰਧ ਨੇ ਇੱਥੇ ਮੈਨੂੰ ਹਾਸਾ ਆ ਰਿਹਾ ਕਿਉਂਕਿ ਐਡਾ ਵੱਡਾ ਦੇਸ਼ ਹੈ, ਆਪਾਂ ਗੁਆਂਢੀਆਂ ਤੇ ਆਂਢੀਆਂ 2 ਘਰ ਹੁੰਦੇ ਆ, ਉਹਨਾਂ ਨਾਲ ਸੰਭਾਲ ਲਈਏ ਤੇ ਫਿਰ ਤਾਂ ਪਾਕਿਸਤਾਨ ਨਾਲ ਤੇ ਆਪਾਂ ਸ਼ਰੀਕੇਬਾਜ਼ੀ ਕਹਿ ਸਕਦੇ ਕਿ ਸਾਡਾ ਹੀ ਭਰਾ ਆ, ਟੁੱਟ ਕੇ ਬਣਿਆ ਹੋਇਆ ਮੁਲਕ ਹੈ ਤੇ ਤੁਸੀਂ ਉਹਨਾਂ ਨਾਲ ਰੱਖ ਸਕਦੇ ਆ ਕਿ ਕਿਤੇ ਨਾ ਕਿਤੇ ਸਮੱਸਿਆ ਹੈ। ਚੀਨ ਨਾਲ ਵੀ ਸਾਡੀ ਜਿੰਨੀ ਕੁ ਬਣਦੀ ਉਹ ਜੱਗ ਜ਼ਾਹਰ ਆ। ਬੰਗਲਾਦੇਸ਼ ਦੀ ਗੱਲ ਕਰ ਲਈਏ ਤਦ ਵੀ ਇਹੀ ਹਾਲ ਹੈ, ਆਪਾਂ ਸ਼੍ਰੀਲੰਕਾ ਦੀ ਗੱਲ ਕਰੀਏ ਤਦ ਵੀ ਇਹੀ ਗੱਲ ਹੈ। ਪਰ ਹੁਣ ਇਸ ਤੋਂ ਪਹਿਲਾਂ ਨੇਪਾਲ, ਕੁਝ ਇਹੋ ਜਿਹੇ ਦੇਸ਼ਾਂ 'ਚੋਂ ਸੀ ਜਿੱਥੇ ਜਾਣ ਲਈ ਸਾਨੂੰ ਵੀਜ਼ਾ ਨਹੀਂ ਲੈਣਾ ਪੈਂਦਾ ਸੀ, ਅਸੀਂ ਆਰਾਮ ਨਾਲ ਕਦੇ ਵੀ ਚਲੇ ਜਾਂਦੇ ਸੀ। ਨੇਪਾਲ ਦੇ
ਵਿਦੇਸ਼ ਮੰਤਰੀ ਨੇ ਭਾਰਤ ਆਉਣਾ ਆ, ਪ੍ਰਪੋਜ਼ਡ ਦੌਰਾ ਆ ਉਹਨਾਂ ਦਾ 1-2 ਦਿਨਾਂ ਦੇ ਵਿੱਚ। ਉਸ ਤੋਂ ਪਹਿਲਾਂ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਭਾਰਤ ਤੋਂ ਆਪਣੀਆਂ ਜਿਹੜੀਆਂ ਕੁਝ ਥਾਵਾਂ ਨੇ ਉਹ ਵਾਪਸ ਲੈਣੀਆਂ ਨੇ। ਮਤਲਬ ਭਾਰਤ ਨਾਲ ਉਹਨਾਂ ਨੇ ਇੱਕ ਨਵਾਂ ਵਿਵਾਦ ਛੇੜਿਆ ਆ, ਸੀਮਾ ਵਿਵਾਦ। ਜੇ ਆਪਾਂ ਇਹਦੇ ਪਿੱਛੇ ਜਾਈਏ ਤੇ 1815 ਦਾ ਸਗੋਲੀ ਸਮਝੌਤਾ ਹੈ ਇੱਕ, ਜਿਹਦੇ ਮੁਤਾਬਕ ਭਾਰਤ ਤੇ ਨੇਪਾਲ ਦੇ ਨਾਲ ਕੁਝ ਸੀਮਾ ਜਿਹੜੀ ਵੰਡੀ ਹੋਈ ਹੈ। ਉਹਨਾਂ ਨੇ ਉਹਨੂੰ ਵੀ ਦਰਕਿਨਾਰ ਕਰਕੇ ਤੇ ਇੱਕ ਨਵਾਂ ਜਿਹੜਾ ਬਹਿਸ ਦਾ ਵਿਸ਼ਾ ਛੇੜਿਆ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਵਿਦੇਸ਼ ਮੰਤਰੀ ਜਾ ਰਹੇ ਨੇ ਉੱਥੇ ਚਰਚਾ ਇਸੇ ਗੱਲ ਤੇ ਹੋਵੇਗੀ ਕਿ ਉਹ ਜਿਹੜੀਆਂ ਕੁਝ ਥਾਵਾਂ ਨੇ ਜਿਹੜੀਆਂ ਹੁਣ ਭਾਰਤ ਕੋਲ ਨੇ, ਅਸੀਂ ਉਹ ਵਾਪਸ ਲੈਣੀਆਂ ਚਾਹੁੰਦੇ ਹਾਂ। ਜਦੋਂ ਆਪਾਂ ਇਹਨੂੰ ਦੇਖੀਏ, ਅਸੀਂ ਪਹਿਲਾਂ ਗੱਲ ਕੀਤੀ ਆ ਸਾਡੇ ਵਿਦੇਸ਼ ਨੀਤੀ ਦੀ, ਤੇ ਇਹਦੇ ਪਿੱਛੇ ਵੀ ਅਸੀਂ ਸੋਚਦੇ ਹਾਂ ਕਿਤੇ ਨਾ ਕਿਤੇ ਚੀਨ ਦਾ ਜਾਂ ਚੀਨ ਤੇ ਪਾਕਿਸਤਾਨ ਦੀ ਦੋਸਤੀ ਦਾ ਹੱਥ ਆ। ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਹੁੰ ਲਈ ਸੀ, ਸ਼ਪਥ ਲਈ ਸੀ, ਪ੍ਰਧਾਨ ਮੰਤਰੀ ਬਣੇ ਸੀ, ਤੇ ਬਹੁਤ ਪਹਿਲੇ ਦੌਰੇ ਇਹਨਾਂ ਨੇ ਕੀਤੇ ਸੀ ਨੇਪਾਲ ਦੇ ਵਿੱਚ ਜਾਂ ਭੂਟਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ, ਪਰ ਉਹ ਦੌਰੇ ਕਾਰਗਰ ਸਾਬਤ ਨਹੀਂ ਹੋਏ। ਜਿਹੜੇ ਸਬੰਧ ਆ ਉਹ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ ਨੇ, ਤੇ ਸਾਨੂੰ ਬਹੁਤ ਜ਼ਰੂਰਤ ਆ ਕਿ ਹਮੇਸ਼ਾ ਜ਼ਰੂਰਤ ਰਹਿੰਦੀ ਆ, ਕੱਲੀ ਸਾਨੂੰ ਹੀ ਨਹੀਂ ਸਾਰੇ ਮੁਲਕਾਂ ਨੂੰ ਆਪਸ ਦੇ ਵਿੱਚ ਸਬੰਧ ਜਿਹੜੇ ਆ ਉਹ ਸੁਧਾਰਨੇ ਹੀ ਪੈਣਗੇ। ਅਸੀਂ ਦੇਖਿਆ ਸੀ ਜਦੋਂ ਟਰੰਪ ਜੀ ਨੇ ਪਿਛਲੀ ਵਾਰ ਰਾਸ਼ਟਰਪਤੀ ਬਣੇ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੈਕਸੀਕੋ ਦੇ ਨਾਲ ਕੰਧ ਉਸਾਰਨ ਦੀ ਗੱਲ ਕੀਤੀ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਧਰੋਂ ਲੋਕ ਉਧਰ ਜਾ ਰਹੇ ਨੇ। ਉਹਨਾਂ ਦੇ ਆਪਸ ਦੇ ਰਿਸ਼ਤੇ ਵਧੀਆ ਨੇ, ਸਿਰਫ ਬਾਰਡਰ ਨੂੰ ਸਟਰੋਂਗ ਕਰਨ ਦੀ ਗੱਲ ਸੀ, ਪਰ ਇੱਥੇ ਤਾਂ ਰਿਸ਼ਤੇ ਹੀ ਠੀਕ ਨਹੀਂ ਹੈਗੇ। ਜੇ ਨੇਪਾਲ ਦਾ ਵਿਦੇਸ਼ ਮੰਤਰੀ ਦੇ ਆਉਣ ਤੋਂ ਪਹਿਲਾਂ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਇਹੋ ਜਿਹਾ ਬਿਆਨ ਆਉਂਦਾ ਤੇ ਇਹਨੂੰ ਇਸ ਚੀਜ਼ ਨੂੰ ਸੋਚਿਆ ਜਾਣਾ ਬਣਦਾ ਕਿ ਉਹ ਕਿਹੋ ਜਿਹਾ ਦਬਾਅ ਬਣਾ ਰਹੇ ਨੇ ਭਾਰਤ ਤੇ। ਇਹ ਗੱਲਾਂ ਜਿਹੜੀਆਂ ਨੇ ਉਹ ਇੱਕ ਚੰਗੀ ਰਾਸ਼ਟਰੀ ਨੀਤੀ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੀ ਜੀ। ਤੇ ਸ਼ਰਮਾ ਜੀ ਤੋਂ ਬਾਅਦ ਅਵਤਾਰ ਜੀ ਵੱਲ ਆਉਂਦੇ ਆ। ਫੌਜ ਮੁਖੀ ਦਾ ਕੱਲ ਇਹ ਬਿਆਨ ਆਣਾ ਕਿ ਚੀਨ ਤੇ ਪਾਕਿਸਤਾਨ ਇਹਨਾਂ ਦੋਵਾਂ ਦੀ ਦੋਸਤੀ ਜਿਹੜੀ ਹੈ ਭਾਰਤ ਲਈ ਖਤਰਨਾਕ ਹੋ ਸਕਦੀ ਹੈ ਜੀ। ਤੇ ਫੌਜ ਮੁਖੀ ਦਾ ਅਗਲਾ ਕੀ ਕਹਿਣਾ ਸੀ, ਇਹਦਾ ਜਵਾਬ ਉਹਦੇ ਬਾਰੇ ਦੱਸ ਦਿਓ। ਬਿਲਕੁਲ ਜੀ, ਇਹ 1-2 ਦਿਨਾਂ ਦੇ ਵਿੱਚ ਵੀ ਫੌਜ ਦਿਵਸ ਆ। ਉਹਦੇ ਸੰਬੰਧ 'ਚ ਸਾਡੇ ਫੌਜ ਦੇ ਮੁਖੀ ਨਰਵਾਣੇ ਸਾਹਿਬ ਨੇ ਪ੍ਰੈਸ ਕਾਨਫਰੰਸ ਸਾਲਾਨਾ ਕਰਦੇ ਹੁੰਦੇ ਆ। ਉਹਦੇ ਵਿੱਚ ਉਹ ਸਾਰੀ ਆਪਣੀ ਫੌਜ ਦੀਆਂ ਤਿਆਰੀਆਂ ਵਗੈਰਾ ਔਰ ਜੋ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜੋ ਉਹ ਪਿਛਲੀਆਂ ਚੁਣੌਤੀਆਂ ਨਾਲ ਨਿਪਟ ਕੇ ਗਏ ਆ, ਉਹਦੇ ਸੰਬੰਧੀ ਉਹ ਖੁੱਲ੍ਹ ਕੇ ਪ੍ਰੈਸ ਕਾਨਫਰੰਸ ਕਰਦੇ ਹੁੰਦੇ। ਉਹਦੇ ਵਿੱਚ ਉਹਨਾਂ ਨੇ ਦੱਸਿਆ ਬਈ ਇਹ ਜਿਹੜੀ ਆ ਪਾਕਿਸਤਾਨ ਔਰ ਚੀਨ ਦਾ ਜਿਹੜਾ ਗੰਢ ਤੋਪਿਆ, ਇਹ ਜੱਗ ਜਾ ਰਿਹਾ, ਸਾਰਿਆਂ ਨੂੰ ਪਤਾ ਆ। ਪਰ ਇਹਦੇ ਵਿੱਚ ਆਪਾਂ ਕੱਲੇ ਨੂੰ ਜੇ ਹੈਂਡਲ ਕਰਨਾ ਹੋਵੇ ਤਾਂ ਫਿਰ ਤਾਂ ਠੀਕ ਆ, ਪਰ ਜਦੋਂ ਇਹਨਾਂ ਦੇ ਦੋਵਾਂ ਦੀ ਜਿਹੜੀ ਇਕੱਠੀ ਰਲ ਕੇ ਨੀਤੀ ਬਣਾ ਕੇ ਚੱਲਣਗੇ ਫਿਰ ਕੁਦਰਤੀ ਆ ਵੀ ਉਹ ਖਤਰਾ ਜ਼ਿਆਦਾ ਬਣੂਗਾ। ਉਹਦੇ ਲਈ ਉਹਨਾਂ ਨੇ ਫੌਜ ਨੂੰ, ਦੇਸ਼ ਵਾਸੀਆਂ ਨੂੰ ਆਗਾਹ ਕੀਤਾ ਆ, ਇੱਕ ਚੁਕੰਨੇ ਕੀਤਾ, ਸੁਚੇਤ ਕੀਤਾ ਹੈ ਵੀ ਜਿਹੜੀ ਇਹਨਾਂ ਦੀ ਆ ਗੰਢ ਤੋਪਿਆ ਇਹ ਅੱਜ ਦੀ ਨਹੀਂ ਹੈਗੀ, ਹੈ ਪਹਿਲਾਂ ਦੀ ਆ, ਲੁਕ ਛਿਪ ਕੇ ਆ। ਕਦੇ ਤਾਂ ਉਧਰ ਉਹਨਾਂ ਨੂੰ ਗਵਾਦਰ ਪੋਰਟ ਬਣਾ ਕੇ ਦਿੱਤਾ ਹੋਇਆ, ਬੰਦਰਗਾਹ ਬਣ ਰਿਹਾ ਆ ਉਧਰਲੇ ਪਾਸੇ, ਈਰਾਨ ਵਾਲੇ ਪਾਸੇ ਗਵਾਦਰ ਪੋਰਟ ਆ, ਉੱਥੇ ਉਹ ਪਾਕਿਸਤਾਨ ਨਹੀਂ ਕੰਮ ਕਰਨ ਦੇ ਰਿਹਾ। ਸਾਡੀ ਪਾਈਪਲਾਈਨ ਗਈ ਸੀ ਉਹ ਨਹੀਂ ਜਾਣ ਦਿੱਤੀ। ਚੀਨ ਨੇ ਪੂਰੇ ਦੇ ਪੂਰਾ ਉੱਥੇ ਬੰਦਰਗਾਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਮਕਬੂਜ਼ਾ ਕਸ਼ਮੀਰ ਆ ਪਾਕਿਸਤਾਨ ਦੇ ਕਬਜ਼ੇ ਹੇਠਲਾ। ਸੋ ਉਹਨਾਂ ਦੀ ਜਿਹੜੀ ਨੀਤੀ ਆ ਉਹ ਆਪਸ 'ਚ ਬਹੁਤ ਕੁਛ ਹੈ, ਕਿਉਂਕਿ ਜੋ ਕੁਛ ਲੈਣਾ ਆ ਹਥਿਆਰ ਵਗੈਰਾ ਜੋ ਲੈਂਦਾ ਆ, ਜੋ ਬੁਨਿਆਦੀ ਸਟਰਕਚਰ ਜਿਹੜਾ ਪਾਕਿਸਤਾਨ ਲੈਂਦਾ ਆ ਉਹ ਚੀਨ ਤੋਂ ਹੀ ਲੈਂਦਾ ਆ। ਤਾਂ ਪੂਰੀ ਤਰ੍ਹਾਂ ਉਹ ਚੀਨ ਦੇ ਨਾਲ ਆ। ਚੀਨ ਨੂੰ ਵੀ ਪਤਾ ਵੀ ਮੇਰੇ ਤੋਂ ਬਿਨਾਂ ਕਿਤੇ ਭੱਜ ਨਹੀਂ ਸਕਦਾ। ਪਹਿਲਾਂ ਜਿਹੜੀ ਚੀਜ਼ ਇਹਨਾਂ ਦੀ ਜੋ ਵੀ ਲੈਂਦੇ ਸੀਗੇ ਉਹ ਅਮਰੀਕਾ ਨਾਲ ਹੁੰਦੀ ਸੀਗੀ, ਪਰ ਉਹ ਐਤਵਾਦ ਦੇ ਦੌਰ 'ਚ ਇੰਨਾ ਕੁ ਬਦਨਾਮ ਪਾਕਿਸਤਾਨ ਹੋ ਗਿਆ ਵੀ ਅਮਰੀਕਾ ਨੂੰ ਹੌਲੀ ਹੌਲੀ ਹੱਥ ਪੈਰ ਪਿੱਛੇ ਖਿੱਚਣੇ ਪਏ। ਹੁਣ ਜਦੋਂ ਪਤਾ ਲੱਗ ਗਿਆ ਅਮਰੀਕਾ ਨੂੰ ਵੀ ਇਹ ਗੱਲ ਠੀਕ ਨਹੀਂ, ਤਾਂ ਉਧਰ ਚੀਨ ਨਾਲ ਪੂਰੀ ਤਰ੍ਹਾਂ ਇਹਨਾਂ ਦੀ ਗੱਠਜੋੜ ਚੱਲਣ ਡਿਆ। ਸੋ ਫੌਜ ਮੁਖੀ ਦਾ ਇਹ ਕਹਿਣਾ ਇਹ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਲੱਦਾਖ ਵਿੱਚ ਵੀ ਇਸ ਵੇਲੇ ਪੂਰੀ ਤਰ੍ਹਾਂ ਟਕਰਾਅ ਚੀਨ ਨਾਲ ਬਣਿਆ ਹੋਇਆ ਆ। ਜੇ ਉਧਰ ਦੇਖੀਏ ਤੇ ਉਹ ਕੱਲ੍ਹ ਦੀਆਂ ਹੀ ਰਿਪੋਰਟਾਂ ਆ ਵੀ ਉੱਥੇ ਉਹਨਾਂ ਨੇ ਇੱਕ ਵਾਰੀ ਤਾਂ ਐਂ ਲੱਗਾ ਵੀ ਫੌਜਾਂ ਪਿੱਛੇ ਹਟਾਉਣੇ ਸ਼ੁਰੂ ਕਰਤੀਆਂ, ਪਰ ਕਾਰਨ ਪਿੱਛੇ ਕੀ ਦੱਸਿਆ ਵੀ ਉੱਥੇ ਠੰਡ ਬਹੁਤ ਵੱਧ ਗਈ ਆ। ਉੱਥੇ -40-50 ਡਿਗਰੀ ਤੱਕ ਟੈਂਪਰੇਚਰ ਚੱਲ ਜਾਂਦਾ, ਜਮਾਂ ਵਾਲੀ ਸਰਦੀ ਹੋ ਜਾਂਦੀ ਆ। ਪਰ ਉਸ ਤੋਂ ਅਗਲੇ ਦਿਨ ਫੇਰ ਆ ਰਹੀਆਂ ਵੀ ਉਹ ਪੋਜੀਸ਼ਨਾਂ ਫੇਰ ਟਾਈਟ ਕਰ ਰਿਹਾ। ਸੋ ਕੋਈ ਨਾ ਕੋਈ ਉੱਥੇ ਹਰਕਤ ਕਰਦਾ ਰਹਿੰਦਾ। ਉਹਦੇ ਨਾਲ ਹੀ ਉਹਨੂੰ ਉਹਦੇ ਤੇ ਪਰਦਾ ਪਾਉਣ ਲਈ ਕਹਿ ਲਓ, ਜਾਂ ਉਹਨੂੰ ਛੁਪਾਉਣ ਲਈ, ਜਾਂ ਉਹਨੂੰ ਲੋਕਾਂ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਨਾ ਲਿਆਉਣ ਕਰਕੇ ਪਾਕਿਸਤਾਨ ਜਿਹੜਾ ਇੱਧਰ ਆ ਆਪਣੇ ਬਾਰਡਰਾਂ ਦੇ ਉੱਤੇ ਆਏ ਦਿਨ ਫਾਇਰਿੰਗ ਕਰਦਾ ਰਹਿੰਦਾ। ਹੁਣ ਇਹਦੇ ਵਿੱਚ ਵੀ ਆਪਾਂ ਦੇਖੀਏ ਤਾਂ ਜਦੋਂ ਬਾਲਾਕੋਟ ਤੇ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ, ਅੱਜ ਤੱਕ ਕਿਸੇ ਨੇ ਉਹਨੂੰ ਸਵੀਕਾਰ ਪਾਕਿਸਤਾਨ ਵਾਲੇ ਨੇ ਨਹੀਂ ਕੀਤਾ। ਖੈਰ ਇੱਕ ਜਿਹੜੇ ਮੰਤਰੀ ਨੇ ਉਹ ਨੈਸ਼ਨਲ ਅਸੈਂਬਲੀ ਤੋਂ ਉਹਦੇ ਮੂੰਹੋਂ ਨਿਕਲ ਗਿਆ ਸੀਗਾ ਵੀ ਦੇਖੋ ਜੀ ਸਾਡੀ ਨੱਕ ਵੱਢ ਕੇ ਚਲੇ ਗਏ ਸੀ ਭਾਰਤ ਵਾਲੇ। ਨਹੀਂ ਵੈਸੇ ਕੱਲ ਆਗਾ ਉਧਰ ਹੀ ਆਉਣ ਲੱਗਾ ਜੀ, ਉਧਰ ਹੀ ਆਉਣ ਲੱਗਾ। ਉਹਨਾਂ ਨੇ ਡਿਸਕਲੋਜ਼ ਕੀਤਾ ਸੀਗਾ ਵੀ ਸਾਡਾ ਜਿਹੜਾ ਆ ਨੱਕ ਭਾਰਤ ਵਾਲੇ ਸਾਡੇ ਦੇਸ਼ 'ਚ ਆ ਕੇ ਵੱਢ ਕੇ ਗਏ ਆ, ਪਰ ਬਾਅਦ 'ਚ ਉਹਨੂੰ ਇਹ
ਕਲੈਰੀਫਿਕੇਸ਼ਨ ਦੇਣਾ ਪਿਆ ਸੀ ਕਿ ਮੇਰੀ ਗੱਲ ਨੂੰ ਹੋਰ ਤਰ੍ਹਾਂ ਲਿਆ ਗਿਆ। ਪਰ ਹੁਣ ਇੱਕ ਸਾਬਕਾ ਡਿਪਲੋਮੈਟ, ਪਰ ਗੱਲ ਉਦੋਂ ਕਹਿੰਦੇ ਜਦੋਂ ਇਹ ਅਹੁਦਿਆਂ ਤੋਂ ਉਤਰ ਜਾਂਦੇ ਆ। ਜਦੋਂ ਡਿਪਲੋਮੈਟ ਸੀਗਾ ਆਗਾ ਹਿਲਾਲੀ, ਉਦੋਂ ਤੋਂ ਬੋਲਿਆ ਨਹੀਂ। ਹੁਣ ਜਦੋਂ ਹਟ ਗਿਆ, ਹੁਣ ਉਹ ਕਹਿੰਦਾ ਵੀ ਉੱਥੇ ਤੇ 300 ਅੱਤਵਾਦੀ ਮਾਰੇ ਗਏ ਸੀਗੇ। ਤੇ ਇਹ ਤੋਂ ਇਹ ਲੱਗਦਾ ਵੀ ਉਹ ਸਵੀਕਾਰ ਤਾਂ ਅੰਦਰੋਂ ਹੀ ਕਰਦੇ ਹੋਣਗੇ, ਪਰ ਉਹਨਾਂ ਨੂੰ ਅਹੁਦਿਆਂ ਦਾ ਡਰ ਵੀ ਆ ਤੇ ਉਹਨਾਂ ਨੂੰ ਆਪਣੀਆਂ ਨੌਕਰੀਆਂ ਦਾ ਡਰ ਵੀ ਆ। ਹੁਣ ਜਦੋਂ ਉਹਦੀ ਗੱਲ ਕਹੀ ਦਾ ਇਹ ਆ ਗਿਆ, ਤਾਂ ਬਾਅਦ ਚ ਉਹਨਾਂ ਦੇ ਫਿਰ ਇੱਕ ਟਿੱਪਣੀ ਆਈ ਵੀ ਨਹੀਂ, ਅਸੀਂ ਵੀ ਉਸ ਦੇ ਮੋੜਵੇਂ ਜਵਾਬ ਚ ਭਾਰਤ ਦੇ ਇੱਕ ਟਿਕਾਣੇ ਤੇ ਹਮਲਾ ਕੀਤਾ ਸੀਗਾ, ਜਾਂ ਸਾਡੇ ਵੀ ਬੰਬ ਸਿੱਟਣ ਗਏ ਸੀ, ਪਰ ਨਹੀਂ ਡਿੱਗਿਆ। ਉਹਨੇ ਫਿਰ ਉਸ ਨੂੰ ਬਿਲਕੁਲ ਨਕਾਰ ਦਿੱਤਾ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ। ਸੋ ਇਹ ਜਿਹੜੇ ਭਾਰਤ ਦਾ ਕਹਿਣਾ ਪਾਕਿਸਤਾਨ ਵਾਲੇ ਪਾਸੇ, ਚੀਨ ਵਾਲੇ ਪਾਸੇ ਆ, ਇਹ ਜ਼ਰੂਰੀ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਸਰਕਾਰ ਨੂੰ ਵੀ ਲੈਣਾ ਚਾਹੀਦਾ। ਫੌਜ ਮੁਖੀ ਤੇ CDS ਜਿਹੜੇ ਆ, ਚੀਫ ਆਫ ਡਿਫੈਂਸ ਸਟਾਫ ਆ, ਉਹ ਆਏ ਦਿਨ ਲਦਾਖ, ਜੰਮੂ ਕਸ਼ਮੀਰ ਦਾ ਦੌਰਾ ਕਰਦੇ ਰਹਿੰਦੇ ਆ, ਤੇ ਇੱਧਰ ਡਿਸਟਰਬੈਂਸ ਬਣੀ ਰਹਿੰਦੀ ਇਹਨਾਂ ਦੀ। ਪਰ ਇਸ ਤਰੀਕੇ ਨਾਲ ਫੌਜ ਮੁਖੀ ਦਾ ਕਹਿਣਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਾਇਨਾ ਰੱਖਦਾ ਜੀ। ਤੇ ਇਸ ਵੇਲੇ ਸਮਾਂ ਵੀ ਸਾਡੇ ਸਾਹਮਣੇ ਬਹੁਤ ਮਾਇਨੇ ਰੱਖਦਾ ਹੈ। ਪਰ ਵਿਚਾਰ ਚਰਚਾ ਪ੍ਰੋਗਰਾਮ 'ਚ ਚਲਦੇ ਗੱਲ ਕਰਾਂਗੇ ਵਿਦੇਸ਼ ਨੀਤੀ ਤੋਂ ਬਾਅਦ ਵਾਪਸ ਪੰਜਾਬ ਦੀ ਸਿਆਸਤ ਵੱਲ ਆਈਏ। ਸੁਪਰੀਮ ਕੋਰਟ ਨੇ ਕਹਿ ਦਿੱਤਾ ਅੰਤਰਿਮ ਰੋਕ ਲਾਈਏ, ਪਰ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਬੜੀ ਮੱਗ ਗਈ ਹੈ। ਪੰਜਾਬ ਕੈਬਨਿਟ ਦੀ ਬੈਠਕ ਹੋਣ ਲੱਗੀ ਹੈ, ਉਧਰੋਂ ਵੱਖ-ਵੱਖ ਮੰਤਰੀ ਜਿਹੜੇ ਨੇ ਉਹ ਬਿਆਨ ਦੇ ਰਹੇ ਨੇ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਆਖਿਆ ਤੇ ਕੀ ਕੁਝ ਆਖਿਆ, ਕੀ ਕੁਝ ਚੱਲ ਰਿਹਾ ਹੈ। ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਹਾਂ। ਇਹਦੇ ਵਿੱਚ ਇਹੀ ਆ ਨਾ ਵੀ ਕੋਈ ਤਾਂ ਇਹਦਾ ਸਵਾਗਤ ਕਰੂਗਾ, ਕੋਈ ਇਹਨੂੰ ਕਹੂਗਾ ਪਰ ਨਹੀਂ ਇਹ ਫੈਸਲਾ ਸਹੀ ਨਹੀਂ ਆਇਆ। ਪਰ ਕੁੱਲ ਮਿਲਾ ਕੇ ਸਿਆਸਤ ਵਾਲਿਆਂ ਨੇ ਤਾਂ ਸਿਆਸਤ ਕਰਨੀ ਹੁੰਦੀ ਹੈ। ਖੈਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਜਿਹੜਾ ਫੈਸਲਾ ਆ ਪੂਰੇ ਦਾ ਪੂਰਾ ਸੁਪਰੀਮ ਕੋਰਟ ਦਾ, ਉਹਨੂੰ ਵਾਚਣ ਲਈ ਆਪਣੇ ਅਟਾਰਨੀ ਜਨਰਲ ਨੂੰ ਕਹਿ ਦਿੱਤਾ ਆ। ਉਹਨਾਂ ਦਾ ਮਕਸਦ ਇਹ ਆ ਕਿ ਜੇ ਇਹੋ ਜਿਹੀ ਕੋਈ ਗੱਲ ਹੋ ਸਕਦੀ ਹੋਏ ਤਾਂ ਪੰਜਾਬ ਦੇ ਤਰਫੋਂ ਕੋਈ ਪਟੀਸ਼ਨ ਪੈਣ ਜੋਗਾ ਕੰਮ ਹੋ ਸਕਦਾ, ਉਹ ਉਹਨਾਂ ਨੇ ਵਾਚਣਾ ਆ। ਵੀ ਜੇ ਪਟੀਸ਼ਨ ਪੈਣ ਜੋਗਾ ਹੈ ਤਾਂ ਸਰਕਾਰ ਸਿੱਧੀ ਪਟੀਸ਼ਨ ਪਾਵੇ, ਕਿਉਂਕਿ ਜਿਹੜੇ ਇਹਨਾਂ ਨੇ ਮਤੇ ਇਸ ਕਾਨੂੰਨ ਨੂੰ ਰੱਦ ਕਰਨ ਲਈ ਵਿਧਾਨ ਸਭਾ 'ਚ ਪਾਸ ਕੀਤੇ ਹੋਏ ਆ, ਜਿਹੜੇ ਇਹਨਾਂ ਨੇ ਬਿੱਲ ਪਾਸ ਕੀਤੇ ਹੋਏ ਆ, ਉਹ ਹਲੇ ਤੱਕ ਰਾਜਪਾਲ ਕੋਲ ਪੈਂਡਿੰਗ ਆ। ਉਹ ਕਿਸੇ ਤਰੀਕੇ ਨਾਲ ਨਾ ਤਾਂ ਉਹ ਗਾਹਾਂ ਹੀ ਗਏ ਆ ਤੇ ਨਾ ਹੀ ਪਿਛਾਂ ਹੀ ਮੁੜੇ ਆ। ਉਹਨਾਂ ਨੇ ਉਹ ਆਪਣੇ ਕੋਲ ਰੱਖ ਕੇ ਬੈਠੇ ਆ। ਉਹਦੇ ਲਈ ਵੀ ਇਹ ਕਾਨੂੰਨੀ ਚਾਰਾਜੋਈ ਲੱਭਦੇ ਫਿਰਦੇ ਆ ਪੰਜਾਬ ਸਰਕਾਰ ਵਾਲੇ। ਦਬਾਅ ਵੱਧ ਰਿਹਾ, ਇਹਨਾਂ ਨੂੰ ਪਤਾ ਕਿਸਾਨਾਂ ਦਾ ਦਬਾਅ ਹੈਗਾ, ਪਰ ਵਿੱਚ ਵਾਲੇ ਜੇ ਆਪਾਂ ਦੇਖੀਏ ਤੇ ਇਹ ਆਪ ਦੀ ਵੀ ਪੂਰੀ ਤਰ੍ਹਾਂ ਛੁਰੀ ਚਲਾਉਣ ਨੂੰ ਲੱਗੇ ਹੋਏ ਆ। ਇੱਕ ਪਾਸੇ ਦਾ ਕਿਸਾਨ ਵਿਚਾਰੇ ਆਪਣੀ ਹੋਂਦ ਨੂੰ, ਆਪਣੀ ਨਸਲ ਨੂੰ, ਆਪਣੇ ਭਵਿੱਖ ਨੂੰ ਲੜਨ ਰਹੇ ਆ, ਤਾਂ ਇੱਧਰ ਇਹਨਾਂ ਨੇ ਚੁੱਪ ਚਪੀਤੇ ਜੀ ਉਹ ਅੰਬਾਨੀਆਂ ਅਡਾਨੀਆਂ ਦੇ ਵਾਂਗੂ ਤੇਲ ਦੀਆਂ ਕੀਮਤਾਂ ਵਧਾਤੀਆਂ, ਉਹ ਤੇ 25-25 ਪੈਸੇ ਇਨਫਰਾਸਟ੍ਰਕਚਰ ਟੈਕਸ ਲਾ ਦਿੱਤਾ। ਫਿਰ ਪ੍ਰਾਪਰਟੀ ਦਾ ਕੰਮ ਜਿਹੜਾ ਹਜੇ ਤੱਕ ਉੱਠਿਆ ਹੀ ਨਹੀਂ ਕਿੰਨੇ ਸਾਲਾਂ ਤੋਂ, ਉਹਦੇ ਲਈ ਵੀ ਪਰ 100 ਰੁਪਏ ਦੇ ਪਿੱਛੇ 25 ਪੈਸੇ ਉਹ ਵਧਾ ਦਿੱਤਾ। ਹੁਣ ਪੰਜਾਬ ਸਰਕਾਰ ਨੂੰ ਇਸ ਵੇਲੇ ਇਹੋ ਜਿਹੇ ਫੈਸਲੇ ਲੈਣ ਦੀ ਕੀ ਜ਼ਰੂਰਤ ਪੈ ਗਈ ਆ, ਇਹ ਸਮਝ ਤੋਂ ਬਾਹਰ ਆ। ਫਿਰ ਹੁਣੇ ਟੈਕਸ ਇਹਨਾਂ ਨੂੰ ਸੁਝਿਆ ਕਿ ਹੁਣੇ ਘਾਟਾ ਪੈ ਰਿਹਾ ਸੀਗਾ, ਜਾਂ ਜਿਹੜਾ ਸੈਂਟਰ ਇਹਨਾਂ ਦਾ 1200 ਕਰੋੜ 12000 ਕਰੋੜ ਦੱਬ ਕੇ ਬੈਠਾ ਆ, ਤੇ ਉਹ ਖਰੇ ਲੋਕਾਂ ਤੋਂ ਪੂਰਾ ਕਰਨਾ ਇਹਨਾਂ ਨੇ। ਜੇ ਤੁਹਾਨੂੰ ਸੈਂਟਰ ਨਹੀਂ ਦਿੰਦਾ GST ਦੇ ਪੈਸੇ, ਜਾਂ ਤੁਹਾਡੇ ਆਪਣੇ ਜਿਹੜਾ ਹਿੱਸਾ ਬਣਦਾ ਨਹੀਂ ਦਿੰਦਾ, ਤੇ ਉਹ ਲੋਕਾਂ ਤੇ ਤਾਂ ਨਾ ਬੋਝ ਪਾਓ। ਤੇ ਬੋਝ ਜਿਹੜਾ ਪੈਟਰੋਲ ਡੀਜ਼ਲ ਦਾ ਪੈਣਾ ਉਹ ਸਿੱਧਾ ਕਿਸਾਨੀ ਨੂੰ ਪੈਣਾ। ਕਿਸਾਨੀ ਨਾਲ ਜੁੜਿਆ ਆ ਕੰਮ ਇਹ। ਤੇ ਇੱਕ ਪਾਸੇ ਤੁਸੀਂ ਕਿਸਾਨ ਹਿਤੈਸ਼ੀ ਬਣਦੇ ਆ, ਇੱਕ ਪਾਸੇ ਤੁਸੀਂ ਉਹਨਾਂ ਦੇ ਫੇਰ ਸੰਘੀ ਕੁੱਟੀ ਜਾਂਦੇ ਆ। ਸੋ ਇਹ ਦੋਹਰੀ ਰਾਜਨੀਤੀ ਜਿਹੜੀ ਆ ਸਿਆਸਤ ਵਿੱਚ ਇਕੱਲੇ ਪੰਜਾਬ 'ਚ ਨਹੀਂ, ਤਕਰੀਬਨ ਸਾਰੇ ਪਾਸੇ ਚੱਲਣ ਰਹੀ ਆ। ਹਰ ਕੋਈ ਆਪਣੀਆਂ ਰੋਟੀਆਂ ਸੇਕਣ ਨੂੰ ਇੱਕਦਮ ਤਿਆਰ ਹੋ ਜਾਂਦਾ, ਮਾੜੀ ਜੀ ਗੱਲ ਛੇੜਨ ਦੀ ਦੇਰ ਹੈ। ਤੇ ਸ਼ਰਮਾ ਜੀ, ਅਖੀਰ ਦੇ ਵਿੱਚ ਤੁਹਾਡੇ ਕੋਲ ਆਵਾਂਗੇ, ਪਰ ਚਾਹਾਂਗੇ ਕਿ ਥੋੜੇ ਜਿਹੇ ਸ਼ਬਦਾਂ 'ਚ ਦੱਸੋ ਵੀ ਆਨਲਾਈਨ ਲੋਨ ਮਿਲਣਾ ਸ਼ੁਰੂ ਹੈ ਨਾ, ਤੇ ਹੁਣ ਤਾਂ ਨਵੇਂ ਐਪ ਹੈ, ਤੇ ਉਹ ਐਪ ਵੀ ਕਹਿੰਦੇ ਚਾਈਨੀਜ਼ ਨੇ, ਗੁਆਂਢੀ ਮੁਲਕ ਦੀ ਗੱਲ ਕੀਤੀ ਹੈ, ਤੇ ਮੈਨੂੰ ਲੱਗਦਾ ਕਿ ਉਹ ਲੋਨ ਤਾਂ ਬੜੀ ਆਸਾਨੀ ਨਾਲ ਮਿਲ ਜਾਂਦਾ, ਪਰ ਵਿੱਚ ਜਿਹੜੀ ਘੁੰਮਣ ਘੇਰੀ ਰੱਖੀ ਹੈ ਉਹਦੇ ਬਾਰੇ ਦੱਸ ਦਿਓ ਥੋੜਾ ਜਿਹਾ। ਬੜੇ ਦਿਨਾਂ ਤੋਂ ਇਹ ਗੱਲ ਅਖਬਾਰਾਂ ਦੇ ਵੱਖ-ਵੱਖ ਤਰ੍ਹਾਂ ਤੋਂ ਸਾਡੇ ਸਾਹਮਣੇ ਆਈ ਆ ਕਿ ਬਹੁਤ ਸਾਰੀਆਂ ਐਪਸ ਜਿਹੜੀਆਂ ਆ ਉਹ ਮੋਬਾਈਲ ਫੋਨ ਤੇ ਬਣੀਆਂ ਹੋਈਆਂ। ਐਪਸ ਸਾਡੀ ਜ਼ਿੰਦਗੀ 'ਚ ਬਹੁਤ ਥੋੜੇ ਸਮੇਂ ਤੋਂ ਦਾਖਲ ਹੋਈਆਂ ਤੇ ਬਹੁਤ ਇੰਪੋਰਟੈਂਟ ਹੋ ਗਈਆਂ। ਤੇ ਇਹੋ ਜਿਹੀਆਂ ਕੁਝ ਐਪਸ ਸਾਡੇ ਸਾਹਮਣੇ ਆਈਆਂ ਜਿੱਥੇ ਤੁਸੀਂ ਉਹਨਾਂ ਨੂੰ ਆਪਣੀ ਡਿਟੇਲ ਦਿਓ, ਕੁਝ ਡਾਕੂਮੈਂਟ ਸਬਮਿਟ ਕਰਾਓ ਤੇ ਤੁਹਾਨੂੰ ਲੋਨ ਦੇ ਦਿੰਦੇ ਨੇ। ਬੜੇ ਛੋਟੇ-ਛੋਟੇ ਲੋਨ ਦਿੰਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਲੋਨ ਵਸੂਲਣ ਦਾ ਤਰੀਕਾ ਆ ਉਹ ਬੜਾ ਖਤਰਨਾਕ ਤਰੀਕੇ ਨਾਲ ਸਾਹਮਣੇ ਆਇਆ। ਉਹ 3 ਤਰ੍ਹਾਂ ਦੇ ਉਹਨਾਂ ਨੇ ਫੋਨ ਕਾਲਰਸ ਰੱਖੇ ਹੋਏ ਨੇ। ਪਹਿਲਾਂ ਫੋਨ ਕਰਦੇ ਨੇ, ਤੁਹਾਡੇ ਨਾਲ ਗਾਲੀ ਗਲੋਚ ਕਰਦੇ ਨੇ, ਧਮਕੀ ਦਿੰਦੇ ਨੇ। ਦੂਜੀ ਵਾਰੀ ਫੋਨ ਕਰਕੇ ਤੁਹਾਨੂੰ ਉਹ ਫਿਰ ਹੋਰ ਜ਼ਿਆਦਾ ਧਮਕਾਉਂਦੇ ਨੇ, ਤੁਹਾਨੂੰ ਗਲਤ ਬੋਲਦੇ ਨੇ। ਤੇ ਤੀਜੀ ਵਾਰ ਉਹ ਜਿਹੜਾ ਫੋਨ ਕਰਦੇ ਨੇ ਉਹ ਤੁਹਾਡੇ WhatsApp ਜਿਹੜੀ ਲਿਸਟ ਚੱਕ ਕੇ ਉਹਦੇ WhatsApp ਗਰੁੱਪ ਬਣਾ ਲੈਂਦੇ ਨੇ। ਤੁਹਾਡੇ ਫੋਨ ਦੀ ਕੰਟੈਕਟ ਲਿਸਟ ਚੱਕ ਕੇ ਉਹਦੇ ਗਰੁੱਪ ਬਣਾ ਕੇ ਉਹਦੇ ਵਿੱਚ ਤੁਹਾਨੂੰ ਜਲੀਲ ਕਰਦੇ ਨੇ ਕਿ ਤੁਸੀਂ ਉਹ ਲੋਨ ਜਿਹੜੇ ਨੇ ਕਿੱਥੋਂ ਲਏ ਨੇ ਤੇ ਵਾਪਸ ਕਰੋ। ਤੇ ਉਹਦੇ 'ਚ ਜਿਹੜੀ ਹੈਰਾਨੀ ਵਾਲੀ ਗੱਲ ਸੀ ਪਰਮਿੰਦਰ ਜੀ, ਉਹਦੇ 'ਚ ਉਹ ਸੀਗਾ ਕਿ ਉਹ 30% ਤੋਂ ਵੀ ਜ਼ਿਆਦਾ ਮੰਥਲੀ ਇੰਟਰਸਟ ਯੂਜ਼ ਕਰਦੇ ਨੇ, ਚਾਰਜ ਕਰਦੇ ਨੇ। ਤੇ ਇਹਦੇ ਲਈ ਬਹੁਤ ਸਾਰੇ ਸ਼ਹਿਰਾਂ 'ਚ ਛਾਪੇਮਾਰੀ ਵੀ ਹੋਈ ਆ, ਕੁਝ ਬੰਦੇ ਫੜੇ ਵੀ ਗਏ ਨੇ। ਚੇਨਈ 'ਚ ਪਿੱਛੇ ਜਿਹਾ ਇੱਕ ਛਾਪਾ ਪਿਆ, ਉਹਦੇ 'ਚ 4 ਬੰਦੇ ਫੜੇ ਗਏ, 2 ਭਾਰਤੀ ਸੀ ਤੇ 2 ਚੀਨੀ ਸੀ।
ਤੇ ਆਰਬੀਆਈ ਦੇ ਕੋਲ ਵੀ ਉਹਦੀ ਸ਼ਿਕਾਇਤ ਗਈ ਆ, ਪਰ ਆਰਬੀਆਈ ਨੇ ਉਹਦੇ 'ਚ ਕੀਤਾ ਕੁਝ ਨਹੀਂ, ਸਿਰਫ ਇੱਕ ਲੈਟਰ ਜਾਰੀ ਕੀਤਾ ਕਿ ਇਹੋ ਜਿਹੇ ਜਿਹੜੇ ਲੋਨ ਆ ਉਹ ਨਾ ਲਏ ਜਾਣ। ਤੇ ਸਾਡਾ ਪੁਲਿਸ ਪ੍ਰਸ਼ਾਸਨ ਵੀ ਸਾਈਬਰ ਕ੍ਰਾਈਮ ਜਿਹੜਾ ਹੈ ਉਹ ਬਹੁਤ ਸਸ਼ਕਤ ਨਜ਼ਰ ਨਹੀਂ ਆਉਂਦਾ, ਬਹੁਤ ਸ਼ਕਤੀਵਾਨ ਨਜ਼ਰ ਨਹੀਂ ਆਉਂਦਾ ਇਹਨਾਂ ਚੀਜ਼ਾਂ ਨੂੰ ਰੋਕਣ ਲਈ। ਤੇ ਆਮ ਲੋਕਾਂ ਨੂੰ ਇਹੀ ਸਲਾਹ ਆ ਕਿ ਜੇ ਇਹੋ ਜਿਹੀਆਂ ਚੀਜ਼ਾਂ ਤੋਂ ਬਚਿਆ ਜਾਵੇ ਤੇ ਚੰਗਾ। ਪਰ ਪ੍ਰਸ਼ਾਸਨ ਨੂੰ ਬਹੁਤ ਸਾਰੇ ਕੰਮ ਉਹ ਕਰਦੇ ਨੇ, ਪਰ ਇਹੋ ਜਿਹੇ ਕੰਮਾਂ ਦੇ ਉੱਤੇ ਵੀ ਰੋਕ ਜਿਹੜੀ ਆ ਬਹੁਤ ਸਖਤੀ ਨਾਲ ਲਾਉਣੀ ਚਾਹੀਦੀ। ਪਰ ਸ਼ਰਮਾ ਜੀ ਇਸ ਵੇਲੇ ਉਹ ਤਾਂ ਰੋਕ ਸਖਤੀ ਨਾਲ ਲਾਉਣਗੇ, ਪਰ ਅਸੀਂ ਸਖਤੀ ਕਰਕੇ ਵੀ ਸਮੇਂ ਨੂੰ ਫੜ ਨਹੀਂ ਸਕਾਂਗੇ। ਸੋ ਵਿਚਾਰਾਂ ਦਾ ਸਿਲਸਿਲਾ ਜਿਹੜਾ ਹੈ, ਉਹਨਾਂ ਤੇ ਚਰਚਾ ਦਾ ਸਿਲਸਿਲਾ ਇੱਥੇ ਹੀ ਰੋਕਦੇ ਹਾਂ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਲਈ ਧੰਨਵਾਦ।